16 ਅਕਤੂਬਰ ਸਨਿਚਰਵਾਰ ਦਾ ਦੇਸ਼ ਪ੍ਰਦੇਸ਼ ਟੀਵੀ ਪ੍ਰੋਗਰਾਮ ਲੈ ਕੇ ਬਲਜਿੰਦਰ ਸਿੰਘ ਅਟਵਾਲ ਹਾਜ਼ਰ ਹੈ। ਸਾਰੇ ਹੀ ਦਰਸ਼ਕਾਂ ਨੂੰ ਸਤਿ ਸ੍ਰੀ ਅਕਾਲ ਤੇ ਪ੍ਰੋਗਰਾਮ ਦੇ ਵਿੱਚ ਆਪ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਹੈ। ਦੁਸਹਿਰਾ ਲੰਘ ਗਿਆ ਹੈ, ਹੈਲੋਵੀਨ ਦੇ ਵਿੱਚ 2 ਹਫ਼ਤੇ ਰਹਿ ਗਏ ਹਨ। 4 ਨਵੰਬਰ ਨੂੰ ਦੀਵਾਲੀ ਹੈ, ਤਿਉਹਾਰਾਂ ਦਾ ਸੀਜ਼ਨ ਆ ਗਿਆ ਹੈ। ਸ਼ੁਭ ਸ਼ਾਮਾਂ ਪੇਸ਼ ਕਰਦੇ ਹਾਂ। ਅੱਜ ਦਾ ਪ੍ਰੋਗਰਾਮ ਰੌਚਕ ਸੈਗਮੈਂਟਸ ਦੇ ਨਾਲ ਭਰਪੂਰ ਪ੍ਰੋਗਰਾਮ ਹੈ। ਕੋਈ 27-28 ਸਾਲ ਪਹਿਲਾਂ ਗਿਆਨੀ ਸੰਤ ਸਿੰਘ ਜੀ ਮਸਕੀਨ ਦੇਸ਼ ਪ੍ਰਦੇਸ਼ ਦੇ ਸਟੂਡੀਓ ਦੇ ਵਿੱਚ ਆਏ ਸਨ ਤੇ ਉਹਨਾਂ ਦੇ ਕੁਝ ਸੈਗਮੈਂਟਸ ਰਿਕਾਰਡ ਕੀਤੇ ਸਨ। ਜਦੋਂ ਉਹਨਾਂ ਨੂੰ ਇਹ ਪੁੱਛਿਆ ਗਿਆ ਕਿ ਸ਼ੁਰੂ ਤੋਂ ਲੈ ਕੇ ਹੁਣ ਤੱਕ ਸਿੱਖ ਕੌਮ ਨੂੰ ਇੰਨੇ ਸੰਕਟਾਂ ਦੇ ਵਿੱਚੋਂ ਕਿਉਂ ਲੰਘਣਾ ਪੈ ਰਿਹਾ ਹੈ, ਕੀ ਕਾਰਨ ਹੋ ਸਕਦੇ ਹਨ, ਤਾਂ ਸੁਣਦੇ ਹਾਂ ਕਿ ਉਹਨੇ ਕੀ ਜਵਾਬ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨੁੱਖ ਐਸਾ ਹੈ ਕਿ ਜੀਵਨ ਸ਼ੈਲੀ ਇਸ ਦੀ ਦਰਿਆ ਦੀ ਤਰ੍ਹਾਂ ਹੈ। ਤੋ ਜਿਸ ਤਰ੍ਹਾਂ ਦਰਿਆ ਦੇ ਰਸਤੇ 'ਚ ਵੀ ਬਹਾਵ ਦੇ 'ਚ ਵੀ ਔਕੜਾਂ ਆ ਸਕਦੀਆਂ ਨੇ, ਚਟਾਨਾਂ ਆ ਸਕਦੀਆਂ ਨੇ ਔਰ ਬਹਾਵ ਨੂੰ ਰੋਕ ਸਕਦੀਆਂ ਨੇ। ਕਦੀ ਕਦਾਈ ਕਿਸੇ ਦੇਸ਼ ਦੀ ਜ਼ਿੰਦਗੀ 'ਚ ਕੋਈ ਅੜਚਨ ਖੜੀ ਹੋ ਜਾਂਦੀ ਹੈ ਔਰ ਕਦੀ ਕਦਾਈ ਕੌਮ ਦੇ ਰਸਤੇ ਦੇ 'ਚ ਵੀ ਇਹ ਔਕੜਾਂ ਆ ਜਾਂਦੀਆਂ ਨੇ। ਵੈਸੇ ਤੇ ਇਹ ਹਕੀਕਤ ਹੈ, ਸੱਚਾਈ ਹੈ ਕਿ ਖਤਰਾ ਜ਼ਿੰਦਗੀ ਨੂੰ ਹੁੰਦਾ ਹੈ, ਮੌਤ ਨੂੰ ਨਹੀਂ। ਫੁੱਲਾਂ ਦੇ 'ਚ ਜ਼ਿੰਦਗੀ ਹੈ, ਫੁੱਲ ਖਤਰੇ ਦੇ 'ਚ ਨੇ, ਕੰਡੇ ਨਹੀਂ। ਜਲਦੇ ਹੋਏ ਦੀਪਕ ਖਤਰੇ ਦੇ 'ਚ ਨੇ, ਬੁਝੇ ਹੋਏ ਨਹੀਂ। ਜੀਵਦਾ ਜਾਗਦਾ ਮਨੁੱਖ ਖਤਰੇ ਦੇ 'ਚ ਹੈ, ਕਬਰਾਂ ਦੇ 'ਚ ਪਏ ਹੋਏ ਮਨੁੱਖ ਖਤਰੇ ਦੇ 'ਚ ਨਹੀਂ ਨੇ। ਇਸ ਤਰ੍ਹਾਂ ਜ਼ਿੰਦਾ ਕੌਮਾਂ ਖਤਰੇ 'ਚ ਆਉਂਦੀਆਂ ਨੇ ਔਰ ਜਿਤਨੀ ਜ਼ਿਆਦਾ ਜ਼ਿੰਦਗੀ ਹੋਵੇਗੀ ਉਤਨਾ ਹੀ ਖਤਰਾ ਜ਼ਿਆਦਾ ਹੋਵੇਗਾ। ਸਿੱਖੀ ਦੇ ਆਦਿ ਕਾਲ ਤੋਂ ਐਸਾ ਹੁੰਦਾ ਰਿਹਾ। ਜੈਸੇ ਦਰਿਆਵਾਂ ਨੂੰ ਚਟਾਨਾਂ ਰੋਕਦੀਆਂ ਨੇ, ਪੱਥਰ ਰੋਕਦੇ ਨੇ, ਇਸ ਤਰ੍ਹਾਂ ਕੌਮ ਦੀ ਉੱਨਤੀ, ਦੇਸ਼ ਦੀ ਉੱਨਤੀ, ਵਿਅਕਤੀ ਦੀ ਉੱਨਤੀ ਦੇ ਰਸਤੇ 'ਚ ਵੀ ਕਈ ਤਰ੍ਹਾਂ ਦੀਆਂ ਰੋਕਾਂ, ਔਕੜਾਂ ਤੇ ਪੱਥਰ ਹੁੰਦੇ ਨੇ। ਪੰਜਾਬੀ ਦੇ ਪ੍ਰਸਿੱਧ ਸ਼ਾਇਰ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦਾ ਇਸ ਸੰਬੰਧ ਵਿੱਚ ਬੜਾ ਸੁੰਦਰ ਇੱਕ ਬਚਨ ਹੈ। ਵਹਿੰਦਾ ਵਗਦਾ ਪਾਣੀ ਤੱਕ ਕੇ ਦਿਲ ਮੇਰਾ ਵਗ ਟੁਰਿਆ, ਡਾਢਾ ਨਿਰਮਲ ਸਵੱਛ ਤੇ ਸੋਹਣਾ ਦਿਲ ਉਸ ਅੰਦਰ ਖੁਰਿਆ। ਐ ਪਰ ਡਾਢੀ ਚੀਜ਼ ਸੀ ਉੱਠੀ ਜਾਂ ਪੱਥਰਾਂ ਨਾਲ ਵੱਜਾ, ਠੇਡੇ ਠੁੱਡੇ ਖਾ ਕੇ ਆਖਰ ਪਿੱਛਾਂ ਘਰ ਨੂੰ ਮੁੜਿਆ। ਪਿੱਛੇ ਮੁਰਦੇ ਪਾਣੀ ਤੱਕ ਕੇ ਮਾਰੀ ਇੱਕ ਕਿਲਕਾਰੀ, ਪਰ ਠੋਕਰਾਂ ਬਾਜ ਨਾ ਮੰਜ਼ਿਲ ਮਿਲਦੀ, ਦੁੱਖਾਂ ਬਾਜ ਨਾ ਯਾਰੀ। ਬਿਨਾਂ ਠੋਕਰਾਂ ਤੋਂ, ਬਿਨਾਂ ਟਕਰਾਓ ਤੋਂ ਕੋਈ ਨਦੀ ਸਾਗਰ ਤੱਕ ਨਹੀਂ ਪਹੁੰਚੀ। ਔਰ ਜਿਸ ਕੌਮ ਦੇ ਰਸਤੇ 'ਚ ਕੋਈ ਠੋਕਰਾਂ ਨਹੀਂ, ਕੋਈ ਰੁਕਾਓ ਨਹੀਂ, ਕੋਈ ਅੜਚਨਾ ਨਹੀਂ, ਯਕੀਨ ਜਾਣੋ ਉਹਨਾਂ ਦੀ ਜ਼ਿੰਦਗੀ ਕੋਈ ਬਹੁਤ ਵੱਡੀ ਮਹਾਨ ਵੀ ਨਹੀਂ ਹੋਵੇਗੀ ਔਰ ਉਹਨਾਂ ਦੇ ਅੰਦਰ ਕਦੀ ਮਹਾਨਤਾ ਜੋ ਹੈ ਪ੍ਰਗਟ ਵੀ ਨਹੀਂ ਆਉਂਦੀ। ਇਹ ਕੌਮ ਆਪਣੇ ਆਪ ਦੇ 'ਚ ਇੱਕ ਮਹਾਨ ਹੈ, ਬਹੁਤ ਵੱਡੀ ਜ਼ਿੰਦਗੀ ਹੈ ਔਰ ਬਹੁਤ ਵੱਡੀਆਂ ਔਕੜਾਂ ਦੇ 'ਚੋਂ ਲੰਘਦੀ ਰਹੀ ਹੈ। ਬੜੀਆਂ ਬੜੀਆਂ ਚਟਾਨਾਂ ਨੂੰ ਤੋੜ ਕੇ ਵੀ ਇਸ ਨੇ ਆਪਣਾ ਰਸਤਾ ਬਣਾਇਆ ਹੈ। ਕੁਝ ਸਮੇਂ ਤੋਂ ਇਹ ਫਿਰ ਕਿਸੇ ਚਟਾਨ ਦੀ ਓਟ ਦੇ 'ਚ ਫਸੀ ਹੈ ਔਰ ਆਪਣੇ ਸੰਘਰਸ਼ ਦੇ 'ਚ ਹੈ ਔਰ ਆਪਣਾ ਮਾਰਗ ਜੋ ਹੈ ਲੱਭ ਰਹੀ ਹੈ। ਇਸ ਕੌਮ ਦੀ ਬੇੜੀ ਨੂੰ ਜਿਹੜੇ ਜਿਹੜੇ ਠੇਲਣ ਵਾਲੇ ਆਏ ਕਰੀਬਨ ਖੂਬ ਡੁੱਬਦੇ ਗਏ ਔਰ ਬੇੜੀ ਨੂੰ ਐਸਾ ਵੀ ਹੋਇਆ ਕਿ ਮੰਝਾਰ ਦੇ ਛੋੜ ਗਏ, ਭੰਵਰ ਦੇ ਛੋੜ ਗਏ। ਕੁਝ ਡੁੱਬ ਗਏ, ਕੁਝ ਯਤਨ ਕਰਦਿਆਂ ਹੋਇਆਂ ਨਹੀਂ ਰਹੇ, ਆਪਣੇ ਯਤਨਾਂ ਦੇ 'ਚ ਹੀ ਸ਼ਕਤੀ ਗਵਾ ਬੈਠੇ ਔਰ ਕੁਝ ਇਸ ਧਾਰਾ ਦੇ 'ਚ ਡੁੱਬ ਹੀ ਗਏ, ਬਹਿ ਗਏ। ਇਹ ਬੇੜੀ ਕੁਝ ਸਮੇਂ ਤੋਂ, ਕੁਝ ਸਾਲਾਂ ਤੋਂ ਇੰਜ ਪ੍ਰਤੀਤ ਹੁੰਦੀ ਹੈ ਲਹਿਰਾਂ ਦੇ ਹਵਾਲੇ ਹੈ ਔਰ ਇਹ ਲਹਿਰਾਂ ਕਿੱਥੇ ਪਹੁੰਚਾਉਣਗੀਆਂ ਇਹ ਲਹਿਰਾਂ ਜਾਣੇ ਤੇ ਲਹਿਰਾਂ ਨੂੰ ਪੈਦਾ ਕਰਨ ਵਾਲਾ ਪਰਿਪੂਰਨ ਪ੍ਰਮਾਤਮਾ ਜਾਣੇ। ਇਹ ਠੀਕ ਹੈ ਲਹਿਰਾਂ ਡੋਬਦੀਆਂ ਨੇ ਔਰ ਇਹ ਵੀ ਠੀਕ ਹੈ ਲਹਿਰਾਂ ਕਿਨਾਰੇ ਵੀ ਲਾਉਂਦੀਆਂ ਨੇ। ਇਹ ਠੀਕ ਹੈ ਕਿ ਤਬਾਹੀਆਂ, ਬਰਬਾਦੀਆਂ ਕੌਮਾਂ ਨੂੰ ਮਿਟਾ ਕੇ ਰੱਖ ਦਿੰਦੀਆਂ ਨੇ, ਪਰ ਤਬਾਹੀਆਂ, ਬਰਬਾਦੀਆਂ ਕਈ ਦਫਾ ਕੌਮਾਂ ਨੂੰ ਨਵੀਂ ਜ਼ਿੰਦਗੀ ਵੀ ਦਿੰਦੀਆਂ ਨੇ। ਜੈਸੇ ਕਿ ਇੱਕ ਮਹਾਨ ਦਾਰਸ਼ਨਿਕ ਔਰ ਇਸ ਸਦੀ ਦੇ ਹੋ ਗੁਜ਼ਰੇ ਮਹਾਨ ਸ਼ਾਇਰ ਦਾ ਕਹਿਣਾ ਹੈ, ਇਕਬਾਲ ਦਾ, ये चमन ये रोशन लाला गुल होने दो जो वीरां होते हैं, तकरीब जनों के पर्दे में तामीर के सामा होते हैं। कई दफ़ा हर वड्डी बर्बादी दे थल्ले कोई नवी बहुत वड्डी आबादी छुपी पई होंदी है और
ਸ਼ੇਖ ਸਾਦੀ ਸਾਹਿਬ ਇਸ ਭਾਵ ਦੇ 'ਚ ਇੱਕ ਬੜਾ ਕੀਮਤੀ ਆਪਣਾ ਸ਼ੇਰ ਸਾਹਮਣੇ ਰੱਖਦੇ ਨੇ। ਹਰ ਸ਼ਾਖੇ ਰੰਗ ਅਮੇਜ਼ੀ ਦਰ ਫਸਲੇ ਖਿਜ਼ਾਂ ਅੰਦਾਖਤਾ। ਕਹਿੰਦਾ ਠੀਕ ਹੈ, ਪਤਝੜ ਬੜੀ ਵੀਰਾਨੀ ਹੈ, ਪਤਝੜ ਬਹੁਤ ਬੜੀ ਤਬਾਹੀ ਹੈ, ਲੇਕਿਨ ਇਹ ਕਹਿੰਦਾ ਮੈਂ ਖਿਜ਼ਾਂ ਤੋਂ ਬਾਅਦ ਹੀ ਬਾਹਰ ਆਂਦੀ ਹੋਈ ਵੇਖੀ ਹੈ। ਪੱਤੇ ਝੜ ਗਏ ਨੇ, ਦੁੱਖ ਬੜਾ ਹੋਇਆ ਹੈ, ਪਰ ਮੈਂ ਕੀ ਦੇਖਦਾ, ਨਵੇਂ ਪੱਤੇ ਨਿਕਲ ਰਹੇ ਨੇ, ਨਵੀਆਂ ਕੌਂਪਲਾਂ ਫੁੱਟ ਰਹੀਆਂ ਨੇ, ਨਵੇਂ ਫੁੱਲ ਲੱਗ ਰਹੇ ਨੇ, ਨਵੇਂ ਫਲ ਆ ਰਹੇ ਨੇ। ਹਰ ਸ਼ਾਖੇ ਰੰਗ ਅਮੇਜ਼ੀ ਦਰ ਫਸਲੇ ਖਿਜ਼ਾਂ ਅੰਦਾਖਤਾ। ਭਾਵੇਂ ਖਿਜ਼ਾਂ ਨੇ ਮੁਰਝਾ ਦਿੱਤਾ ਦਰਖਤ ਨੂੰ, ਪਰ ਖਿਜ਼ਾਂ ਦੇ ਪਿੱਛੇ ਹੀ ਬਹਾਰ ਛੁਪੀ ਪਈ ਹੈ, ਰਾਤ ਦੇ ਪਿੱਛੇ ਹੀ ਦਿਨ ਜੋ ਹੈ ਛੁਪਿਆ ਹੋਇਆ ਹੈ। ਵੱਡੀਆਂ ਤਬਾਹੀਆਂ ਤੇ ਬਰਬਾਦੀਆਂ ਦੇ ਵਿੱਚ ਹੀ ਨਵੀਂ ਜ਼ਿੰਦਗੀ ਜੋ ਹੈ ਛੁਪੀ ਹੋਈ ਹੈ। ਜਿਸ ਤਰ੍ਹਾਂ ਦੇਖੀ ਹੈ, ਇੱਕ ਬਹੁਤ ਵੱਡੀ ਬਰਬਾਦੀ ਤੇ ਤਬਾਹੀ ਤੋਂ ਬਾਅਦ ਜਾਪਾਨ ਨਵੇਂ ਸਿਰੋਂ ਉੱਠਿਆ। ਇੱਕ ਬਹੁਤ ਵੱਡੀ ਤਬਾਹੀ ਤੇ ਬਰਬਾਦੀ ਤੋਂ ਬਾਅਦ ਜਰਮਨੀ ਨੂੰ ਕੋਈ ਨਵੀਂ ਜ਼ਿੰਦਗੀ ਮਿਲੀ, ਕੋਈ ਨਵੀਂ ਜੋ ਹੈ ਰੂਪ ਰੇਖਾ ਜੋ ਹੈ ਮਿਲੀ। ਬਰਬਾਦੀ ਸਿਰਫ ਬਰਬਾਦੀ ਹੋਵੇ ਐਸਾ ਲਾਜ਼ਮੀ ਨਹੀਂ ਹੈ, ਉਹਦੇ ਥੱਲੇ ਵੀ ਕੁਝ ਆਬਾਦੀਆਂ ਜੋ ਹੈ ਛੁਪੀਆਂ ਪਈਆਂ ਨੇ। ਧੰਨ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਰਹਿਮਤ ਕਰਨ, ਇਹ ਕੌਮੀ ਬੇੜੀ ਉਹਨਾਂ ਦੀ ਹੈ ਔਰ ਉਸ ਨੂੰ ਹੀ ਮਲਾ ਮੰਨ ਲਈਏ, ਕਿਉਂਕਿ ਬਾਕੀ ਮੁਹਾਣੇ ਜਾਂ ਤੇ ਡੁੱਬੇ ਨੇ ਜਾਂ ਬੇੜੀ ਨੂੰ ਭੰਵਰ ਦੇ ਜੋ ਹੈ ਫਸਾ ਕੇ ਗਏ ਨੇ। ਸਤਿਗੁਰ ਸੱਚਾ ਪਾਤਸ਼ਾਹ ਇਸ ਕੌਮ ਦੀ ਬੇੜੀ ਨੂੰ ਕਿਨਾਰੇ ਤੇ ਲਾਏ। ਬਸ ਇਹੀ ਅਰਦਾਸ ਹੈ, ਇਹੀ ਜੋਦੜੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਸ਼ ਪ੍ਰਦੇਸ਼ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਅਨੂਜਾ ਸ਼ਰਮਾ ਤੇ ਜਿੱਥੇ ਕਿਸਾਨੀ ਅੰਦੋਲਨ ਦੀ ਗੱਲ ਕੀਤੀ ਜਾਂਦੀ ਹੈ, ਇੱਕ ਬੜੀ ਦੁਰਭਾਗਿਆਘਟ ਘਟਨਾ ਜਿਹੜੀ ਸੀਗੀ ਉਹ ਵਾਪਰੀ ਲਖੀਮਪੁਰ ਖੇਰੀ ਦੇ ਵਿੱਚ, ਜਿੱਥੇ ਇੱਕ ਮਨਿਸਟਰ ਦੇ ਬੇਟੇ ਨੇ ਗੱਡੀ ਚੜਾਈ ਕਿਸਾਨਾਂ ਦੇ ਉੱਤੇ ਤੇ ਕਿਸਾਨ ਜਿਹੜੇ ਨੇ ਉਹਨਾਂ ਦੀ ਉੱਥੇ ਮੌਕੇ ਤੇ ਮੌਤ ਹੋ ਗਈ, ਸ਼ਹੀਦ ਹੋ ਗਏ। ਉੱਥੇ ਕਾਲ ਦਿੱਤੀ ਗਈ ਸੀਗੀ ਵੱਡੇ ਪੱਧਰ ਤੇ ਹਰ ਸ਼ਹਿਰ ਦੇ ਡੀਸੀ ਆਫਿਸ ਦੇ ਬਾਹਰ ਜਾ ਕੇ ਧਰਨਾ ਕਰਨ ਦੀ, ਰੋਸ ਪ੍ਰਦਰਸ਼ਨ ਕਰਨ ਦੀ। ਇਸ ਵਕਤ ਅਸੀਂ ਜਲੰਧਰ ਦੇ ਡੀਸੀ ਆਫਿਸ ਦੇ ਬਾਹਰ ਮੌਜੂਦ ਹੈਗੇ ਆ। ਸਾਡੇ ਨਾਲ ਇੱਥੇ ਮੌਜੂਦ ਨੇ BKU ਰਾਜੇਵਾਲ ਤੋਂ ਜ਼ਿਲ੍ਹਾ ਪ੍ਰਧਾਨ ਜਥੇਦਾਰ ਕਸ਼ਮੀਰਾ ਸਿੰਘ ਜੀ। ਇਹਨਾਂ ਨਾਲ ਗੱਲਬਾਤ ਕਰਦੇ ਆ। ਕਸ਼ਮੀਰਾ ਸਿੰਘ ਜੀ, ਜੋ ਘਟਨਾ ਲਖੀਮਪੁਰ ਵਿੱਚ ਵਾਪਰੀ ਹੈ, ਕਿਸ ਤਰੀਕੇ ਨਾਲ ਦੇਖਦੇ ਹੋ? ਸਾਡੇ ਕੋਲ ਕੋਈ ਸ਼ਬਦ ਨਹੀਂ, ਕਿਹਨਾਂ ਸ਼ਬਦਾਂ ਨਾਲ ਇਹਨਾਂ ਦੀ ਨਿੰਦਿਆ ਕਰੀਏ। ਤੇ ਇੰਨੀ ਮਾੜੀ ਘਟਨਾ ਵਾਪਰੀ ਆ, ਇਹਨਾਂ ਨੇ ਸਾਰੀਆਂ ਹੱਦਾਂ ਮੰਨੇ ਟੱਪ ਗਏ ਨੇ। ਇਹਨਾਂ ਨੂੰ ਕੋਈ ਮਾੜੀ ਮੋਟੀ ਸ਼ਰਮ ਆਉਣੀ, ਸਾਰੀ ਇਨਸਾਨੀਅਤ ਨਾਤੇ ਵੀ ਜੇ ਕੋਈ ਕੀੜੀ ਜਾਨਵਰ ਵੀ ਹੋਵੇ ਤਾਂ ਅਸੀਂ ਉਹਦੇ ਉੱਤੇ ਦੇਖ ਕੇ ਵੀ ਗੱਡੀ ਅਸੀਂ ਲੰਘਾਉਂਦੇ ਆ ਵੀ ਕੋਈ ਥੱਲੇ ਨਾ ਆ ਜਾਵੇ। ਇਹਨਾਂ ਨੇ ਐਡੀ ਮਾੜੀ ਘਟਨਾ ਵਾਪਰੀ ਆ, ਉਹਦਾ ਕੋਈ ਕਿਹਾ ਨਹੀਂ ਜਾ ਸਕਦਾ। ਤੇ ਦੂਸਰੇ ਪਾਸੇ ਖੱਟੜ ਸਰਕਾਰ ਕਹਿ ਰਹੀ ਆ ਤੁਸੀਂ ਡਾਂਗਾ ਲੈ ਲਓ, 5-7 ਤੋਂ ਬੰਦੇ ਤਿਆਰ ਹੋ ਜਾਓ। ਖੱਟੜ ਸਾਹਿਬ ਤੇਰਾ ਹਰ ਮੁਕਾਬਲਾ ਕਰਨ ਨੂੰ ਕਿਸਾਨ ਜਥੇਬੰਦੀਆਂ ਤਿਆਰ ਬੈਠੀਆਂ ਆ, ਪਰ ਨਹੀਂ, ਅਸੀਂ ਇਹਨੂੰ ਸ਼ਾਂਤੀਪੂਰਵਕ ਤਰੀਕੇ ਨਾਲ ਚਲਾਉਣਾ ਚਾਹੁੰਦੇ। ਤੁਸੀਂ ਹਮੇਸ਼ਾ ਹਿੰਸਾ ਭੜਕਾਉਣ ਦੀ ਕੰਮ ਕੀਤਾ BJP ਨੇ, ਅਸੀਂ ਹਿੰਸਾ ਨਹੀਂ ਭੜਕਣ ਦੇਣੀ। ਅਸੀਂ ਆਪਣਾ ਸ਼ਾਂਤੀਪੂਰਵਕ ਦੇ ਕੇ, ਕੁਰਬਾਨੀਆਂ ਤਾਂ ਬਹੁਤ ਸਾਡੀਆਂ ਹੋ ਗਈਆਂ, ਅੱਗੇ ਗਾਂ ਪਤਾ ਨਹੀਂ ਕਿੱਡਾ ਸਾਡਾ ਨੁਕਸਾਨ ਹੋਣਾ। ਜਿਹੜੇ ਮਰਜ਼ੀ ਹੱਥ ਕੰਡੇ ਅਪਣਾ ਲੈਣ, ਅਸੀਂ ਕਿਸੇ ਵੀ ਕੀਮਤ ਵਿੱਚ ਅਸੀਂ ਇਹ ਮੋਰਚਾ ਫੇਲ ਨਹੀਂ ਹੋਣ ਦਿਆਂਗੇ। ਸ਼ਾਂਤੀਪੂਰਵਕ ਰਵਾਂਗੇ, ਸ਼ਾਂਤੀਪੂਰਵਕ ਚੱਲ ਰਿਹਾ ਔਰ ਸ਼ਾਂਤੀਪੂਰਵਕ ਹੀ ਰਵਾਂਗੇ। ਬੇਟੇ ਜੀ, ਕਿਉਂਕਿ ਮੈਂ ਦੀਆਂ ਰੂਟਸ ਜਾਣਦੀ ਹਾਂ, ਮੇਰਾ ਮਹਿਕਮਾ ਵੀਡੀਓ ਦਾ ਸੀਗਾ, ਕਿਉਂਕਿ ਬਾਦਲ ਨੇ ਹੀ ਇਹਨਾਂ ਨੂੰ ਦੇਂਦਾ ਦਿੱਤਾ ਆ। ਕੁਲਦੀਪ ਸਿੰਘ ਜਥੇਦਾਰ ਬਡਾਲਾ ਸਾਹਿਬ ਜੋ ਸਵਰਗਵਾਸੀ ਆ, ਉਹਨਾਂ ਨੇ ਇਹਦਾ ਵਿਰੋਧ ਕੀਤਾ ਸੀ। ਕੌਣ ਨਹੀਂ ਜਾਣਦਾ ਕਿ ਬਡਾਲਾ ਸਾਹਿਬ ਦਾ ਬਾਦਲ ਨੇ ਕੀ ਹਾਲ ਕੀਤਾ ਆ, ਕਿਉਂ ਉਹਨੂੰ ਵੀ ਕੁਰਸੀ ਦਾ ਨਸ਼ਾ ਆ, ਬਾਦਲ ਨੂੰ ਵੀ। ਤੇ ਉਸ ਤੋਂ ਬਾਅਦ ਸਿੱਧੂ ਸਾਹਿਬ ਵੀ ਬਿਲਕੁਲ ਲਾਲਚੀ ਬੰਦੇ ਨੇ। ਉਹਨਾਂ ਨੂੰ ਕਿਸਾਨੀ ਨਾਲ ਜਾਂ ਪਬਲਿਕ ਨਾਲ ਮੈਂ ਸਾਫ਼ ਕਹਿਣਾ ਚਾਹੁੰਦੀ ਹਾਂ, ਸਿੱਧੂ ਸਾਹਿਬ ਉਹ ਇਨਸਾਨ ਹੈ ਜੋ ਇੱਕ ਵਾਰੀ ਉਧਰ, ਦੂਜੀ ਵਾਰੀ ਉਧਰ, ਤੀਜੀ ਵਾਰੀ ਇੱਧਰ। ਹੁਣ ਉਹਨਾਂ ਨੂੰ ਸਿਰਫ ਮੁੱਖ ਮੰਤਰੀ ਦੀ ਕੁਰਸੀ ਨਾਲ ਮਤਲਬ ਸੀਗਾ, ਉਹਨਾਂ ਨੂੰ ਕੋਈ ਕਿਸਾਨੀ ਨਾਲ ਕੋਈ ਸਪੈਸ਼ਲ ਚੀਜ਼ ਦਿੱਤੀ ਦੁਨੀਆ ਨੂੰ, ਇੱਕ ਬੋਲਣ ਤੋਂ ਬਿਨਾਂ। ਠੀਕ ਹੈ, ਜਿਨ੍ਹਾਂ ਲੋਕਾਂ ਦੇ ਦਿਮਾਗ 'ਚ ਸੀਗਾ ਵੀ ਸਿੱਧੂ ਸਾਹਿਬ ਆਉਣਗੇ ਕੁਝ ਕਰਨਗੇ, ਪਰ ਉਹ ਤਾਂ ਨਾ ਭਈ ਲੜਾਈ ਤੋਂ ਬਿਨਾਂ ਉਹਨਾਂ ਨੂੰ ਕੋਈ ਮੀਨਿੰਗ ਆ ਕਿ ਮੈਨੂੰ ਮੁੱਖ ਮੰਤਰੀ ਦੀ ਕੁਰਸੀ ਦਿਓ। ਉਹਨਾਂ 'ਚ ਸਿੰਸੀਅਰਟੀ ਜਰਾ ਨਹੀਂ ਆ, ਉਹਨਾਂ ਨੂੰ ਕੁਰਸੀ ਦੇ ਮੁਤਾਬਕ ਗੱਲ ਨਹੀਂ ਕਰਨੀ ਆਉਂਦੀ, ਜਿਹੜਾ ਉਹਨਾਂ 'ਚ ਕਮੀ ਆ। ਤੇ ਇਹ ਸਾਡੇ ਹਿੰਦੁਸਤਾਨ ਨੂੰ ਇੱਕ ਜਾਣਨਾ ਚਾਹੁੰਦੇ ਆ। ਕਿਸਾਨ ਹਿੰਦੁਸਤਾਨ ਦਾ 70-75% ਹਿੱਸਾ ਹੈ। ਇਹ ਮੋਦੀ ਸਰਕਾਰ ਜਿੱਦਾਂ ਦੇਸ਼ ਦੇ ਵਿਭਾਗਾਂ ਨੂੰ, 에ਅਰਲਾਈਨ ਨੂੰ, ਰੇਲਵੇ ਨੂੰ ਇਹ ਵੇਚਣਾ ਚਾਹੁੰਦੀ ਹੈ, ਉਹ ਵੇਚ ਗਈ ਹੈ। ਜਿਵੇਂ ਕਿ ਹਿੰਦੁਸਤਾਨ ਦਾ ਲਾਲ ਕਿਲਾ ਵੀ ਗਹਿਣੇ ਰੱਖਿਆ ਹੋਇਆ ਹੈ ਸਊਦੀ ਦੇ ਸ਼ੇਖ ਦੇ ਕੋਲ। ਇਹ ਕੋਈ ਸਰਕਾਰ ਨਾ ਜਾਣੇ, ਮੋਦੀ ਨਾ ਜਾਣੇ, ਜਦ ਦੁਨੀਆ ਉੱਠ ਪਈ ਹੈ ਸਾਹਮ ਨਹੀਂ ਹੋਣੀ, ਫਿਰ ਮਤਲਬ ਮਿੱਤਰੋ ਦੇਖ ਲਓ।
ਇਸੇ ਤਰੀਕੇ ਨਾਲ ਹੋਰ ਜਿਹੜੀ ਰਿਪੋਰਟਸ ਹੈਗੀਆਂ ਤੁਹਾਡੇ ਤੱਕ ਲੈ ਕੇ ਆਉਂਦੇ ਰਵਾਂਗੇ। ਤਦ ਤੱਕ ਲਈ ਮੈਨੂੰ ਅਨੂਜਾ ਸ਼ਰਮਾ ਨੂੰ ਦਿਓ ਇਜਾਜ਼ਤ। ਨਮਸਕਾਰ। ਪੰਜਾਬ ਜਾਂ ਭਾਰਤ ਵਿੱਚ ਤਾਂ ਆਪਾਂ ਸਭ ਨੂੰ ਪਤਾ ਹੀ ਹੈ ਕਿ ਭ੍ਰਿਸ਼ਟਾਚਾਰ ਨੇ ਲੋਕਾਂ ਦਾ ਜਿਉਣਾ ਗੁਲਾਮਾਂ ਦੀ ਤਰ੍ਹਾਂ ਹਰਾਮ ਕੀਤਾ ਹੋਇਆ ਹੈ। ਲੋਕਤੰਤਰ ਦੇ ਨਾਂ ਤੇ ਡਿਕਟੇਟਰਸ਼ਿਪ ਅਤੇ ਗੁੰਡਾਗਰਦੀ ਚੱਲ ਰਹੀ ਹੈ। ਸਿਸਟਮ ਦੀ ਲੁੱਟ-ਖਸੁੱਟ ਤੋਂ ਸਤਾਏ ਲੋਕ ਜਿਹਦਾ ਵੱਸ ਚੱਲਦਾ ਹੈ ਵਿਦੇਸ਼ ਨੂੰ ਭੱਜਦਾ ਹੈ। ਇਹਨਾਂ ਮੁਲਕਾਂ ਦੇ ਵਿੱਚ ਵਧੀਆ ਸਿਸਟਮ ਕਰਕੇ ਸਵਰਗ ਪ੍ਰਤੀਤ ਹੁੰਦਾ ਹੈ। ਅੱਜ ਜਿੱਥੇ ਅਸੀਂ ਆਪਣੇ ਲੋਕਾਂ ਦੀ ਤੇ ਆਪਣੀ ਤਰੱਕੀ ਵੇਖ ਕੇ ਬੜਾ ਮਾਣ ਮਹਿਸੂਸ ਕਰਦੇ ਹਾਂ, ਸਾਡੀ ਸਰਕਾਰੀ ਦਰਬਾਰੇ ਪੂਰੀ ਭਾਈਵਾਲੀ ਹੈ। ਅਸੀਂ ਪੰਜਾਬ ਜਾਂ ਇੰਡੀਆ ਦੇ ਵਿੱਚ ਜਿਨ੍ਹਾਂ ਗੱਲਾਂ ਦਾ ਸੁਪਨਾ ਵੀ ਨਹੀਂ ਲੈ ਸਕਦੇ ਉਹ ਇੱਥੇ ਸੱਚ ਹੁੰਦੇ ਹਨ। ਪਿਛਲੇ ਦਿਨੀ ਤੁਹਾਡੇ ਆਪਣੇ ਪੰਜਾਬੀ ਰੇਡੀਓ ਰੈਡ FM ਨੇ ਨਵਾਂ ਇਤਿਹਾਸ ਸਿਰਜਿਆ ਜਦੋਂ BC ਦੀ ਰਾਜਧਾਨੀ ਵਿਕਟੋਰੀਆ ਤੋਂ ਵਿਧਾਨ ਸਭਾ ਦੀ ਬਿਲਡਿੰਗ ਦੇ ਵਿੱਚੋਂ ਦਾ ਹਰਜਿੰਦਰ ਥਿੰਦ ਸ਼ੋਅ ਪੇਸ਼ ਕੀਤਾ ਗਿਆ, ਜਿੱਥੇ ਕਈ ਪੰਜਾਬੀ MLAs ਹਨ, ਮਿਨਿਸਟਰ ਹਨ, ਸਪੀਕਰ ਵੀ ਪੰਜਾਬੀ ਹੈ ਔਰ ਜਿਨ੍ਹਾਂ ਨੇ ਵਾਰੀ-ਵਾਰੀ ਪ੍ਰੋਗਰਾਮ ਦੇ ਵਿੱਚ ਆਪਣੇ ਵਿਚਾਰ, ਆਪਣੇ ਮਨ ਦੇ ਵਲਵਲੇ ਜਿਹੜੇ ਆ ਸਾਂਝੇ ਕੀਤੇ। 3.5 ਘੰਟੇ ਦਾ ਇਹ ਸਪੈਸ਼ਲ ਪ੍ਰੋਗਰਾਮ ਨਾਲ ਦੀ ਨਾਲ ਫੇਸਬੁੱਕ ਤੇ ਵੀ ਵੇਖਿਆ ਗਿਆ। ਅਸੀਂ ਹਰ ਹਫ਼ਤੇ ਇਸ ਦੇ ਵਿੱਚੋਂ ਇੱਕ ਮੈਂਬਰ ਦੀ ਮੁਲਾਕਾਤ ਵਿਖਾਵਾਂਗੇ। Minister of Jobs and Economic Recovery. Thank you, Honourable Speaker. I thought you were going to make me wait all the way to the end, so I appreciate that. I would like to welcome today to the precinct Red FM. Red FM, everyone I think knows Red FM and the significant role they play in helping deliver important messages to the South Asian community. It's quite significant given the history of this place to have Red FM broadcasting for the first time ever live here in these chambers. So can we all please welcome Gowinder Sanghera, the owner, Harjinder Thind, the host, Pooja Sekon, Program Director, Nick Chawla, the Technical Director, and Kunar Kela, the assistant producer. Can the House please join me in welcoming them here today? ਤੁਸੀਂ ਸ਼ਾਮਿਲ ਹੋ ਹਰਜਿੰਦਰ ਸਿੰਘ ਸ਼ੋ 93.1 ਰੈਡ FM ਤੇ। ਅੱਜ ਬੜਾ ਹਿਸਟੋਰੀਕਲ ਦਿਨ ਹੈ ਸਾਡੇ ਸਾਰੇ ਭਾਈਚਾਰੇ ਸਾਊਥ ਏਸ਼ੀਅਨ ਲੋਕਾਂ ਲਈ ਕਿ ਪਹਿਲਾ ਸਾਊਥ ਏਸ਼ੀਅਨ ਰੇਡੀਓ ਰੈਡ FM ਦਾ ਇਹ ਪ੍ਰੋਗਰਾਮ ਹਰਜਿੰਦਰ ਥਿੰਦ ਸ਼ੋਅ ਪੰਜਾਬੀ ਦੇ ਵਿੱਚ ਇਹ BC ਦੀ ਵਿਧਾਨ ਸਭਾ ਦੇ ਵਿੱਚੋਂ ਪ੍ਰਸਾਰਿਤ ਹੋ ਰਿਹਾ ਹੈ। ਪਹਿਲਾਂ ਇਸ ਤਰ੍ਹਾਂ ਕਦੇ ਹੋਇਆ ਨਹੀਂ। ਹਿਸਟਰੀ ਇਜ਼ ਇਨ ਦ ਮੇਕਿੰਗ। ਅੱਜ ਵਿਧਾਨ ਸਭਾ ਦੇ ਸਪੀਕਰ ਰਾਜ ਚੌਹਾਨ ਜੀ ਆਉਣਗੇ ਅਤੇ ਇਸ ਵਿਧਾਨ ਸਭਾ ਦੇ ਬਾਰੇ ਵੀ ਗੱਲਬਾਤ ਕਰਨਗੇ। ਬਹੁਤ ਸਾਰੇ ਮੰਤਰੀ, ਬਹੁਤ ਸਾਰੇ ਜਿਹੜੇ MLAs ਨੇ ਵੱਖ-ਵੱਖ ਪਾਰਟੀਆਂ ਦੇ ਅੱਜ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਣਗੇ। ਸਭ ਤੋਂ ਪਹਿਲਾਂ ਜਿਹੜੀ ਪ੍ਰਥਮ ਸਾਡੀ ਫਰਸਟ ਇੰਟਰਵਿਊ ਹੈ ਉਹ ਇਸ ਵਿਧਾਨ ਸਭਾ ਦੇ ਸਪੀਕਰ ਆਨਰੇਬਲ ਰਾਜ ਚੌਹਾਨ ਸਾਹਿਬ ਨਾਲ ਹੋਏਗੀ। ਸਪੀਕਰ ਦਾ ਇੱਕ ਖਾਸ ਰੋਲ ਹੈ ਵਿਧਾਨ ਸਭਾ ਦੇ ਵਿੱਚ, ਤੁਸੀਂ ਭਲੀ ਭਾਂਤ ਸਮਝਦੇ ਹੋ। ਔਰ ਸਾਊਥ ਏਸ਼ੀਅਨ ਮੂਲ ਦੇ ਨਹੀਂ ਸਗੋਂ ਸਾਡੇ ਇਸ ਖਿੱਤੇ ਦੇ ਵਿੱਚ ਉੱਤਰੀ ਅਮਰੀਕਾ ਦੇ ਵਿੱਚ ਪਹਿਲੇ ਪੰਜਾਬੀ ਕਿਸੇ ਭਾਰਤੀ ਵੱਲੋਂ ਇਸ ਪੋਜੀਸ਼ਨ ਤੇ ਬੈਠਣਾ, ਸਪੀਕਰ ਦੀ ਕੁਰਸੀ ਤੇ ਬੈਠਣਾ ਇਹਨਾਂ ਦੇ ਹਿੱਸੇ ਆਇਆ ਹੈ। ਇਹ ਬਰਨਵੀ ਦੇ MLA ਹਨ ਤੇ ਬਾਰ-ਬਾਰ ਜਿੱਤਦੇ ਰਹੇ ਨੇ, ਲੇਕਿਨ ਮਜ਼ਦੂਰਾਂ ਦੀ ਬਾਂਹ ਫੜਨ ਵਾਲੇ, ਫਾਰਮ ਵਰਕਰਸ ਤੋਂ ਬਾਅਦ ਹੋਰ ਜਿਹੜੀਆਂ ਯੂਨੀਅਨਸ ਨੇ, ਹਸਪੀਟਲ ਯੂਨੀਅਨ ਵਗੈਰਾ, ਉਹਨਾਂ 'ਚ ਕੰਮ ਕਰਦੇ ਹੋਏ ਸੈਲਫ ਮੇਡ ਥੱਲਿਓਂ ਉੱਪਰ ਨੂੰ ਪੌੜੀਆਂ ਚੜ੍ਹਦੇ ਆਏ ਨੇ ਤੇ ਅੱਜ ਇਹ ਵਿਧਾਨ ਸਭਾ ਦੇ BC ਦੀ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦੇ ਸਪੀਕਰ ਹਨ। ਰਾਜ ਚੌਹਾਨ ਜੀ ਜੀ ਆਇਆਂ ਨੂੰ। ਤੇ ਮੈਨੂੰ ਦੱਸਦਿਆਂ ਬਹੁਤ ਖੁਸ਼ੀ ਹੋ ਰਹੀ ਹੈ ਕਿ ਅਸੀਂ ਇਕੱਠੇ ਪੜ੍ਹਦੇ ਵੀ ਰਹੇ ਹਾਂ। ਹਰਜਿੰਦਰ, ਬਹੁਤ ਬਹੁਤ ਮੈਨੂੰ ਖੁਸ਼ੀ ਹੈ ਕਿ ਅੱਜ ਤੁਸੀਂ ਜਿਹੜਾ ਆਪਦਾ ਪ੍ਰੋਗਰਾਮ ਇੱਥੋਂ ਵਿਧਾਨ ਸਭਾ ਦੇ ਵਿੱਚੋਂ ਕਰ ਰਹੇ ਹੋ। ਮੇਰਾ ਖਿਆਲ ਇਹ ਹਿਸਟਰੀ ਵਿੱਚ ਪਹਿਲੀ ਵਾਰੀ ਇੱਕ ਸਾਊਥ ਏਸ਼ੀਅਨ ਰੇਡੀਓ ਪ੍ਰੋਗਰਾਮ ਇੱਥੋਂ ਪ੍ਰਸਾਰਿਤ ਕੀਤਾ ਜਾ ਰਿਹਾ। ਸੋ ਇਹ ਸਾਡੇ ਆਪਣੇ ਸਾਰਿਆਂ ਲਈ ਬੜੇ ਮਾਣ ਵਾਲੀ ਗੱਲ ਹੈ। ਸੋ ਆਈ ਵਾਂਟ ਟੂ ਸੇ ਵੈਲਕਮ ਟੂ ਆਲ ਆਫ ਯੂ। ਤੁਹਾਡੀ ਟੀਮ ਨੂੰ ਜੀ ਆਇਆਂ ਨੂੰ। 87 ਤਾਂ MLA ਹੈ, 87 MLA ਹੈ ਤੇ ਬਾਕੀ ਦਾ ਜਿਹੜਾ ਅਮਲਾ ਫੈਲਾ ਸਾਰਾ, ਦੈਟਸ ਰਾਈਟ, ਇਹ ਸਾਰੇ ਕਾਰੋਬਾਰ ਨੂੰ ਚਲਾਉਣ ਲਈ ਉਹ ਆਪ ਦੇ ਦੀ। ਬਿਲਕੁਲ। ਉਹ 87 MLA ਤੋਂ ਬਿਨਾਂ 350 ਤੋਂ ਵੱਧ ਬੰਦਾ ਇੱਥੇ ਹੋਰ ਕੰਮ ਕਰਦਾ।
ਯਾ ਬਿਲਡਿੰਗ 100 ਤੋਂ 123 ਸਾਲ ਪੁਰਾਣੀ। ਹਾਂਜੀ, ਇਹ ਤੁਸੀਂ ਦੇਖੋ ਅੱਜ ਇੱਥੇ ਬੈਠ ਕੇ ਤੁਸੀਂ ਦੇਖ ਰਹੇ ਹੋ ਕਿੰਨੀ ਸੋਹਣੀ ਬਿਲਡਿੰਗ ਹੈ। ਇਸ ਕਮਾਲ ਕੀਤੀ ਪਈ ਹੈ। ਇਸ ਜਦੋਂ ਪਬਲਿਕ ਆਉਂਦੇ ਕਈ ਵਾਰੀ ਉਦੋਂ ਉਹ ਬਾਹਰੋਂ ਉਹ ਫਰੰਟ ਤੇ ਟੂਰ ਹੁੰਦਾ, ਜਿਹੜਾ ਇਨਸਾਈਡ ਪੋਰਸ਼ਨ ਆ ਜਿੱਥੇ ਤੁਸੀਂ ਅੱਜ ਬੈਠੇ ਹੋ, ਇਟਸ ਵੈਰੀ ਲਿਮਿਟਡ ਐਕਸੈਸ ਹੈ ਆਮ ਪਬਲਿਕ ਦੇ ਵਿੱਚ ਉਹ। ਤੇ ਇਹਦੇ ਵਿੱਚ ਦੇਖੋ ਅਦਲੇ ਕਿੰਨਾ ਸੋਹਣਾ ਹੈ ਉਸ ਵਕਤ ਬਣਾਇਆ ਉਹਨਾਂ ਨੇ। 100 ਸਾਲ ਤੋਂ ਬਾਅਦ ਵੀ ਇਹ ਬਿਲਡਿੰਗ ਉਸ ਤਰ੍ਹਾਂ ਵਧੀਆ ਖੜੀ ਹੈ, ਫਸਟ ਕਲਾਸ। ਪਰ ਇਹ ਫਰਸਟ ਨੇਸ਼ਨਸ ਦੀ ਜ਼ਮੀਨ ਦੇ ਉੱਤੇ ਬਣੀ ਹੋਈ ਹੈ, ਉਹਨਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਜਾਂਦਾ। ਹਾਂਜੀ, ਕਿਉਂਕਿ ਜਿਹੜੀ ਇਸ ਔਨ ਦ ਸੌਂਗੀਜ਼ ਟੈਰੀਟਰੀ, ਸੌਂਗੀਜ਼ ਐਂਡ ਸਕੁਆਇਰ ਮਾਲਟ ਆਰ ਟੂ ਨੇਸ਼ਨ ਜਿਹੜੇ ਇਸ ਏਰੀਆ ਦੇ ਵਿੱਚ ਨੇ ਉਹ। ਤੇ ਲੇਕਿਨ ਜਿਹੜੀ ਇਹ ਬਿਲਡਿੰਗ ਹੈ ਇਟ ਰਿਪਰੈਜ਼ੈਂਟਸ ਆਲ ਨੇਸ਼ਨ, ਜਿਹੜੇ ਸਰ BC ਦੇ ਵਿੱਚ ਜਿੰਨੇ ਵੀ ਨੇਸ਼ਨ ਫਸਟ ਨੇਸ਼ਨਸ ਨੇ ਉਹਨਾਂ ਨੂੰ ਰਿਪਰੈਜ਼ੈਂਟ ਕਰਦੀ ਹੈ। ਕਿਉਂਕਿ ਜਦੋਂ ਹੁਣ ਇੱਥੇ ਅਸੀਂ ਦੇਖਿਆ ਪਿਛਲੇ 100 ਸਾਲ ਤੋਂ ਜਿਹੜਾ ਕੁਝ ਇੱਥੇ ਚੱਲ ਰਿਹਾ ਸੀਗਾ, ਉਹ ਜਿਹੜੇ ਨੇਟਿਵ ਸੀ ਫਸਟ ਨੇਸ਼ਨ ਇੰਡੀਜੀਨਸ ਪੀਪਲ, ਉਹਨਾਂ ਨੂੰ ਵੀ ਕੋਈ ਉਹਨਾਂ ਦੀ ਜਿਹੜੀ ਪਾਰਟੀਸਪੇਸ਼ਨ ਹਾਰਡਲੀ ਹੈ ਨਹੀਂ। ਤੁਸੀਂ ਤੁਰ ਫਿਰ ਕੇ ਦੇਖੋਗੇ ਉਹਨਾਂ ਦੀ ਇੱਥੇ ਕਿਸੇ ਕਿਸਮ ਦੀ ਪ੍ਰੈਜ਼ੈਂਸ ਵੀ ਹੈ ਨਹੀਂ ਗੀ। ਉਹ ਜਦੋਂ ਮੈਂ ਫਿਰ ਸਪੀਕਰ ਬਣਿਆ, ਦ ਫਸਟ ਥਿੰਗ ਆਈ ਡਿਡ, ਆਈ ਰੀਚਡ ਆਊਟ ਜਿਹੜੇ ਇਹਨਾਂ ਦੇ ਚੀਫ ਨੇ ਸੌਂਗੀ ਤੇ ਸਕੁਆਇਰ ਮਾਲਟ, ਵੀ ਮੈਨੂੰ ਆ ਕੇ ਤੁਸੀਂ ਦੱਸੋ, ਮੈਨੂੰ ਗਾਈਡ ਕਰੋ ਵੀ ਆਪਾਂ ਇਹਨੂੰ ਕਿਸ ਤਰੀਕੇ ਨਾਲ ਜਿਹੜਾ ਇੰਡੀਜੀਨਸ ਕਲਚਰ ਆ ਉਹਨੂੰ ਕਿਵੇਂ ਆਪਾਂ ਇੱਥੇ ਰਿਫਲੈਕਟ ਕਰ ਸਕਦੇ ਹਾਂ। ਸੋ ਵੀ ਵਰਕਿੰਗ ਔਨ ਦੈਟ। ਬਹੁਤ ਸਾਲ ਪਹਿਲਾਂ ਇੱਥੇ ਮੈਂ ਖਬਰਾਂ ਵੀ ਪ੍ਰਸਾਰਿਤ ਕੀਤੀਆਂ ਸੀ, ਕੁਝ ਮੁਰੈਲ ਸੀ ਜਿਹੜੇ ਨਿਰਵਸਤਰ ਫਸਟ ਨੇਸ਼ਨ ਦੀਆਂ ਔਰਤਾਂ ਕੰਮ ਕਰਦੀਆਂ ਦਿਖਾਏ ਗਏ ਸੀ। ਫਿਰ ਤੋਂ ਪਹਿਲਾਂ ਇੱਕ ਸਰਕਾਰ ਸੀ, ਉਹਨਾਂ ਨੇ ਉਹਦੇ ਤੇ ਤਰਪਾਲ ਪਵਾਤੀ ਸੀ। ਹੁਣ ਉਹਦਾ ਕੀ ਬਣਿਆ? ਹੁਣ ਅਸੀਂ ਪਰਮਾਨੈਂਟਲੀ ਚੱਕਤੇ ਉਹ ਹੈ ਨਹੀਂ ਇੱਥੇ ਹੁਣ ਇਹੋ ਜਿਹਾ ਕੁਛ ਉਹ। ਲੇਕਿਨ ਜਿਹੜੇ ਹੁਣ ਆਪਾਂ ਦੇਖਿਆ ਜਿਹੜੀ ਰੈਜ਼ੀਡੈਂਸ਼ੀਅਲ ਸਕੂਲ ਦੇ ਜਿਹੜੇ ਆਪਣੇ ਹੋਈਆਂ ਨੇ ਜਿਹੜੀਆਂ ਗ੍ਰੇਵਸ ਪਤਾ ਲੱਗੇ ਨੇ ਅਨਮਾਰਕਡ, since then we are working very very closely ਜਿਹੜੇ ਆਪਣੇ ਫਸਟ ਨੇਸ਼ਨ ਲੀਡਰਸ਼ਿਪ ਹੈ ਉਹਨਾਂ ਦੇ ਨਾਲ, ਤਾਂ ਕਿ ਜਿਹੜੀ ਲੋਕਾਂ ਦੀ ਜਿਹੜੀ ਅਵੇਅਰਨੈਸ ਉਹਨੂੰ ਵਧਾਇਆ ਜਾਵੇ, ਲੋਕਾਂ ਨੂੰ ਪਤਾ ਲੱਗੇ ਕਿ ਇੱਥੇ ਕੀ ਹੋਇਆ ਸੀ ਪਿਛਲੇ ਇੰਨੇ 100 ਸਾਲਾਂ ਤੋਂ, ਸੈਂਕੜੇ ਸਾਲਾਂ ਤੋਂ ਜੋ ਕੁਛ ਹੁੰਦਾ ਆ ਰਿਹਾ। ਰੈਜ਼ੀਡੈਂਸ਼ੀਅਲ ਸਕੂਲ ਦੇ ਵਿੱਚ ਬੱਚਿਆਂ ਨਾਲ ਕਿਸ ਤਰ੍ਹਾਂ ਦਾ ਵਰਤਾਰਾ ਕੀਤਾ, ਉਹਨੇ ਲੈਂਗੁਏਜ ਨੂੰ ਖਤਮ ਕਰ ਦਿੱਤਾ ਗਿਆ, ਉਹਨਾਂ ਕਲਚਰ ਨੂੰ ਖਤਮ ਕਰ ਦਿੱਤਾ ਗਿਆ, ਉਹ ਸਾਰਾ ਕੁਛ ਵੀ ਵਰਕਿੰਗ ਔਨ ਹੈ। ਅੱਛਾ, ਤੁਸੀਂ ਪਹਿਲਾਂ MLA ਹੋ, ਹੁਣ ਮੈਂ ਇਹ ਸਮਝਣਾ ਚਾਹੁੰਦਾ, ਲੋਕ ਵੀ ਜਾਣਨਾ ਚਾਹਣਗੇ, ਤੁਹਾਡੇ ਬਰਨਵੀ ਦੇ ਲੋਕ ਵੀ ਜਾਣਨਾ ਚਾਹਣਗੇ, ਬਰਨਵੀ ਦੇ ਲੋਕਾਂ ਨੇ ਤਾਂ ਤੁਹਾਨੂੰ MLA ਚੁਣਿਆ ਸੀ ਕਿ ਸਾਡੇ ਕੰਮ ਕਰੂਗਾ ਜਾ ਕੇ ਉੱਥੇ। ਤੁਸੀਂ ਹੁਣ ਬਣ ਗਏ ਸਪੀਕਰ। ਸਪੀਕਰ ਦੀਆਂ ਜ਼ਿੰਮੇਵਾਰੀਆਂ 350 ਬੰਦਾ ਤਾਂ ਇੱਥੇ ਲੁੱਕ ਆਫਟਰ ਕਰਨਾ, 87 ਬੰਦੇ ਉਹ ਕਾਮਾਂ ਰੌਲੀ ਪਾਉਂਦੇ ਆ, ਉਹਨਾਂ ਨੂੰ ਕਾਬੂ ਕਰਨਾ। ਸੋ ਜਿਹੜੇ ਬਰਨਵੀ ਦੇ ਲੋਕਾਂ ਦੇ ਕੰਮ ਨੇ ਉਹ ਫਿਰ ਸਪੀਕਰ ਜਦੋਂ ਬਣ ਜਾਂਦਾ MLA ਉਹ ਕਿਵੇਂ ਨਿਭਾਉਂਦਾ? ਸਪੀਕਰ ਤਾਂ ਮੈਂ ਹੈਗਾ, ਲੇਕਿਨ ਮੈਂ MLA ਫਸਟ, ਪਹਿਲਾਂ ਮੈਂ MLA ਹਾਂ। ਕਿ ਜਦੋਂ ਮੈਂ ਇੱਥੇ ਵਿਧਾਨ ਸਭਾ ਦੇ ਵਿੱਚ ਸੁਣਾ, ਦੈਨ ਆਈ ਐਕਟ ਬਿਲਕੁਲ ਟੋਟਲੀ ਨਿਊਟਰਲ। ਮੈਂ ਕੋਈ ਪਾਰਟੀਜ਼ਨ ਰੋਲ ਨਹੀਂ ਇੱਥੇ ਪਲੇ ਕਰਦਾ ਹੈਗਾ। ਲੇਕਿਨ ਜਦੋਂ ਮੈਂ ਬਰਨਵੀ ਦੇ ਵਿੱਚ ਜਾਂਦਾ, ਆਮ MLA ਲਾਈਕ ਐਨੀਬਡੀ ਐਲਸ, ਉਹਨਾਂ ਦੀਆਂ ਜਿਹੜੀਆਂ ਇਸ਼ੂਜ਼ ਨੇ, ਕੰਸਰਨਸ ਨੇ, ਜਿਹੜੇ ਉਹਨਾਂ ਦੇ ਟੌਪਿਕਸ ਨੇ, ਉਹ ਮੇਰੇ ਆਫਿਸ ਦੇ ਵਿੱਚ ਲੈ ਕੇ ਆਉਂਦੇ ਨੇ, ਚਾਹੇ ਉਹ ਹਾਊਸਿੰਗ ਦਾ ਹੋਵੇ, ਚਾਹੇ ਸੀਨੀਅਰ ਸਿਟੀਜ਼ਨ ਦਾ ਹੋਵੇ, ਚਾਹੇ ਸਕੂਲ ਦਾ ਐਜੂਕੇਸ਼ਨ ਕੁਛ ਵੀ ਹੋਵੇ, ਵੀ ਡੀਲ ਵਿਦ ਇਟ। ਮੈਂ ਜਾ ਕੇ ਜਿਹੜੀ ਆਪਣੀ ਕਮਿਊਨਿਟੀ ਦੇ ਵਿੱਚ ਇਵੈਂਟ ਹੁੰਦੇ ਨੇ ਉਹਨਾਂ ਪਾਰਟੀਸਿਪੇਟ ਵੀ ਕਰਨਾ, ਲੋਕਾਂ ਨੂੰ ਮਿਲਦਾ ਵੀ ਆ, ਸਾਰਾ ਕੁਝ ਦੱਸੀਦਾ ਉਹਨਾਂ ਨੂੰ ਉਹ। ਸੋ ਆਈ ਪਲੇ ਡਬਲ ਰੋਲ। ਤੇ ਇੱਥੇ ਇਹ ਜਦੋਂ ਸੈਸ਼ਨ ਬੈਠਦਾ ਤੁਸੀਂ ਉਦੋਂ ਹੀ ਫਿਰ ਇੱਥੇ ਕੰਮ ਕਰਦੇ? ਜਦੋਂ ਸੈਸ਼ਨ ਆਨ ਹੁੰਦਾ ਉਦੋਂ ਮੈਂ ਇੱਥੇ ਐਵਰੀ ਵੀਕ ਸੰਡੇ ਨਾਈਟ ਆ ਕੇ ਥਰਸਡੇ ਨਾਈਟ ਤੱਕ ਇੱਥੇ ਰਹੀਦਾ। ਲੇਕਿਨ ਐਜ਼ ਅ ਸਪੀਕਰ ਆਈ ਕਮ ਆਲਮੋਸਟ ਐਵਰੀ ਵੀਕ, ਈਵਨ ਚਾਹੇ ਸੈਸ਼ਨ ਨਹੀਂ ਵੀ ਚੱਲਦਾ ਹੈਗਾ। ਅੱਛਾ, ਮੈਂ ਪੰਜਾਬ ਦੀ ਵਿਧਾਨ ਸਭਾ ਦੇ ਸਪੀਕਰ ਵੀ ਦੇਖੇ, ਹੋਰ UP ਦੇ ਵੀ। ਅੱਜ ਮੈਂ ਸਵੇਰ ਸਾਹਿਬ ਦੇਖਿਆ ਤੁਸੀਂ ਬੈਗ ਲੈ ਕੇ ਸਾਈਡ ਵਾਕ ਤੇ ਤੁਰੇ ਜਾ ਰਹੇ ਸੀ, ਇਕੱਲੇ ਹੀ ਕੰਮ ਤੇ ਜਾ ਰਹੇ ਸੀ ਜਾਂ ਸੈਰ ਕਰ ਰਹੇ ਸੀ? ਕੋਈ ਸਿਕਿਉਰਿਟੀ ਵਗੈਰਾ ਨਹੀਂ? ਸਿਕਿਉਰਿਟੀ ਬਸ ਲੋਕ ਹੀ ਨੇ ਆਪਣੇ। ਨੋ, ਇਟਸ ਜਿਹੜੀ ਇਸ ਬਿਲਡਿੰਗ ਦੀ ਸਿਕਿਉਰਿਟੀ ਇਜ਼ ਵੈਰੀ ਸਟ੍ਰਿਕਟ, ਸਾਰਾ ਕੁਛ ਟੂ ਪ੍ਰੋਟੈਕਟ ਸਾਰਾ। ਲੇਕਿਨ ਪਬਲਿਕ ਦੇ ਵਿੱਚ ਆਈ ਨੈਵਰ ਇਵਨ ਫੈਲਟ ਕਿ ਮੈਨੂੰ ਇੱਕ ਸੈਕਿੰਡ ਲਈ ਵੀ ਕੋਈ ਸਿਕਿਉਰਿਟੀ ਚਾਹੀਦੀ ਹੈ ਕਿ ਮੈਂ ਨਹੀਂ ਵੀ। ਸਾਰੇ MLA ਦੇ ਪਾਰਟੀਸਿਪੇਟ ਇਨ ਪਬਲਿਕ ਇਵੈਂਟਸ, ਉੱਥੇ ਕੋਈ ਸਿਕਿਉਰਿਟੀ ਨਹੀਂ ਹੁੰਦੀ ਹੈਗੀ, ਸਿਰਫ ਆਪਣੇ ਪ੍ਰੀਮੀਅਰ ਦੀ ਸਿਕਿਉਰਿਟੀ ਡਿਟੇਲ ਹੁੰਦੀ ਹੈ, ਲੇਕਿਨ ਨੋਬਡੀ ਐਲਸ। ਨਾ ਜ਼ਰੂਰਤ ਨਹੀਂ ਪੈਂਦੀ ਹੈਗੀ। ਹੁਣ ਆਪਾਂ ਪੰਜਾਬ 'ਚ ਵੀ ਗਏ ਹਾਂ, ਕਈ ਵਾਰੀ ਜਾਂਦੇ, ਉੱਥੇ ਪੜ੍ਹੇ ਲਿਖੇ ਹਾਂ, ਉੱਥੇ ਵੀ ਆਏ ਹਾਂ, ਉੱਥੇ ਇੱਕ MLA ਦੇ ਮਗਰ 15 20 ਪੁਲਿਸ ਵਾਲੇ ਹਨ, ਜਿਹੜੀਆਂ ਕਾਰਾਂ ਤੁਰੀਆਂ ਫਿਰਦੀਆਂ ਨੇ। ਉਹ ਲਾਸਟ ਟਾਈਮ ਆਈ ਵਾਸ देयर ਬਟ 2 years ago,
ਉਹ ਮੈਨੂੰ ਉਹ ਆਪਣੇ ਇੱਕ ਦੋ MLA ਮਿਲੇ ਤੇ ਸਾਰੇ ਉਹ ਮੈਂ ਕਿਹਾ ਯਾਰ ਆ ਤਾਂ ਤੁਹਾਨੂੰ ਦੇਖ ਕੇ ਡਰ ਲੱਗਦਾ। ਅੱਛਾ ਰਾਜਵੰਤ ਸਾਹਿਬ ਇਹ ਦੱਸੋ ਸਾਨੂੰ ਵੀ ਤੇ ਅੱਜ ਕੁਐਸਚਨ ਪੀਰੀਅਡ ਹੋਊਗਾ ਕਿ ਮੈਂ ਚਾਹੁੰਦਾ ਸਾਡੇ ਸੁਣਨ ਵਾਲੇ ਸੁਣ ਸਕਣ ਵੇਖ ਸਕਣ ਵੀ ਕੁਐਸਚਨ ਪੀਰੀਅਡ 'ਚ ਝਪਟਾਂ ਕਿਵੇਂ ਪੈਂਦੀਆਂ। ਜਿਹੜੀਆਂ ਆਪਣੀਆਂ ਇੱਥੇ ਝਪਟਾਂ ਹੋਈਆਂ ਨੇ ਉਹ ਤੁਹਾਨੂੰ ਸ਼ਾਇਦ ਉਹਨੀਆਂ ਝਪਟਾਂ ਨਾ ਦੇਖਣ ਜਿੰਨੀਆਂ ਕਿ ਤੁਸੀਂ ਇੰਡੀਆ ਜਾਂ ਇੰਡੋਨੇਸ਼ੀਆ ਜਾਂ ਕਿ ਹੋਰ ਕੰਟਰੀਆਂ ਵਿੱਚ ਹੁੰਦੀਆਂ ਨੇ। ਹੁਣ ਝਪਟਾਂ ਜ਼ਰੂਰ ਹੁੰਦੀਆਂ ਨੇ ਪਰ ਸਿਵਲਾਈਜ਼ਡ ਤਰੀਕੇ ਨਾਲ ਹੋਣਗੀਆਂ ਉਹ। ਸੋ ਯੂ ਆਰ ਮੋਸਟ ਵੈਲਕਮ। ਦੇਖੋ ਸਾਰੇ ਉਹ ਸਾਰੇ ਆਪਣੇ ਜਿਹੜੀ ਪਬਲਿਕ ਹੈ ਮੇ ਬੀ ਦੇ ਕੈਨ ਆਲਸੋ ਵਾਚ। ਮੈਂ ਸਮਝਦਾ ਵੀ ਤੁਸੀਂ ਕਿਹਾ ਵੀ ਸੱਭਿਅਕ ਬੰਦੇ ਆ ਸਿਵਲਾਈਜ਼ ਤਰੀਕੇ ਨਾਲ ਗੱਲ ਹੁੰਦੀ ਹੈ। ਜੇ ਖੁਦਾ ਨਾ ਖਾਸਤਾ ਕੋਈ MLA ਜਾਂ ਕੋਈ ਮੈਂਬਰ ਦੂਏ ਦੇ ਗਲ ਪੈਂਦਾ ਔਰ ਉੱਥੇ ਹੱਥ ਹੂਤ ਕਰਨ ਲੱਗਦਾ, ਮੇਰੇ ਖਿਆਲ ਸਪੀਕਰ ਕੋਲੇ ਪਾਵਰ ਹੈਗੀ, ਫਿਰ ਚੁਕਵਾ ਦਿੰਦੇ ਹੋ। ਸਪੀਕਰ ਕੋਲੇ ਬਿਲਕੁਲ ਟੋਟਲ ਪਾਵਰ ਆ, ਕਿਉਂਕਿ ਜਿਹੜੀ ਵੀ ਕਿਸੇ ਨੇ ਬੋਲਣਾ ਉਹ ਸਪੀਕਰ ਦੇ ਪਰਮਿਸ਼ਨ ਤੋਂ ਬਿਨਾਂ ਨਹੀਂ ਬੋਲ ਸਕਦੇ। ਜੇ ਉਹ ਉਹਦੇ ਸਪੀਕਰ ਦੀ ਜਿਹੜੀਆਂ ਗਾਈਡੈਂਸ ਨੇ ਜਾਂ ਉਹਨਾਂ ਦੇ ਆਰਡਰ ਨੂੰ ਨਹੀਂ ਮੰਨਦੇ ਤਾਂ ਫਿਰ ਉਹਨਾਂ ਨੂੰ ਕਿਕ ਆਊਟ ਕੀਤਾ ਜਾ ਸਕਦਾ। ਉੱਥੇ ਖੜੀ ਹੁੰਦੀ ਹੈ ਪੁਲਿਸ, ਉੱਥੇ ਹੁੰਦੇ ਨੇ। ਕਦੇ ਚੁਕਵਾਇਆ ਕੋਈ? ਇੱਕ ਵਾਰੀ ਹੋਇਆ ਸੀ, ਉਹ ਬਹੁਤ ਦਿਨ ਪਹਿਲਾਂ ਜਦੋਂ ਡੇਵ ਬੈਰੇਟ ਹੁੰਦੇ ਸੀ ਆਪੋਜੀਸ਼ਨ ਦੇ ਵਿੱਚ, ਉਹਨਾਂ ਦਾ ਹੋਇਆ ਸੀਗਾ। ਤੇ ਜਦੋਂ ਮੈਂ ਡਿਪਟੀ ਸਪੀਕਰ ਸੀ ਉਦੋਂ ਹੋਇਆ ਸੀਗਾ ਬਿਲ ਬੈਨਟ ਦੇ ਨਾਲ। ਅੱਛਾ, ਮੈਂ ਚੇਅਰ ਦੇ ਵਿੱਚ ਸੀ ਤਾਂ ਜਿਹੜੇ ਆਪਣੇ ਮਿਨਿਸਟਰ ਸੀਗੇ ਬਿਲ ਬੈਨਟ ਤੇ ਉਹਨਾਂ ਦਾ ਤੇ ਜਿਹੜੇ ਸਾਡੇ ਆਪੋਜੀਸ਼ਨ ਦੇ ਮੈਂਬਰ ਸੀਗੇ ਨੋਰਮ ਮੈਕਡੋਨਲਡ, ਆਪਸ ਵਿੱਚ ਹੀ ਉਹਨਾਂ ਦਾ ਤਕਰਾਰ ਹੋਈ ਕੋਈ ਉੱਥੇ ਬੈਠ ਕੇ। ਸੋ ਦੇ ਵਰ ਈਵਨ ਨਾਟ ਔਨ ਦ ਏਜੰਡਾ ਟੂ ਟਾਕ ਬਟ ਦੇ ਵਰ ਡੂਇੰਗ ਇਟ। ਸੋ ਐਜ਼ ਅ ਸਪੀਕਰ ਆਈ ਵਾਜ਼ ਇਨ ਦ ਚੇਅਰ, ਉਹ ਮੈਂ ਸੁਣ ਲਿਆ ਉਹ। ਸੋ ਉਹਨਾਂ ਦੀ ਜਿਹੜੀ ਸੀ ਲੈਂਗੁਏਜ ਵੀ ਬੜੀ ਗਾਲਾਂ ਕੱਢਦੇ ਸੀ। ਯਾ ਦੈਟ ਵਾਜ਼ ਨਾਟ ਵੈਰੀ ਐਕਸੈਪਟੇਬਲ। ਸੋ ਮੈਂ ਉਹਨਾਂ ਦੋਹਾਂ ਨੂੰ ਕਿਹਾ ਵੀ ਡਰਾ ਕਰੋ। ਜਿਹੜੇ ਬਿਲ ਬੈਨਟ ਸੀਗੇ ਉਹ ਕਹਿੰਦੇ ਨੋ ਹੀ ਲਾਈਕ ਇਨ ਦੇ ਵਰ ਟ੍ਰਾਈਂਗ ਟੂ ਆਰਗੂ, ਨੋ ਆਈ ਡੋਨਟ ਵਾਂਟ ਟੂ, ਦੈਨ ਹੀ ਟੁਕ ਆਫ, ਉਹ ਬਾਹਰ ਚਲੇ ਗਿਆ ਨਾ। ਤੇ ਉਹਨਾਂ ਲੱਗਿਆ ਵੀ ਜਦੋਂ ਮੈਂ ਮੁੜ ਕੇ ਆਉਣਾ ਉਦੋਂ ਸਪੀਕਰ ਦੀ ਜਿਹੜਾ ਹੈਗਾ ਸੈਸ਼ਨ ਮੁੱਕ ਜਾਣਾ, ਵੀ ਨਵਾਂ ਕੋਈ ਹੋਰ ਆ ਜਾਊਗਾ। ਸੋ ਆਈ ਵਾਜ਼ ਸਟਿਲ ਦੇਅਰ ਵੈਨ ਹੀ ਕੇਮ ਬੈਕ। ਆਈ ਫੋਰਸਡ ਹਿਮ ਟੂ ਵਿਦਡਰਾ ਐਂਡ ਅਪੋਲੋਜਾਈਜ਼ ਟੂ ਦ ਹੋਲ ਵਿਕਰਮ ਬਣਿਆ ਰਿਹਾ। ਯਾ ਦੈਟਸ ਰਾਈਟ। ਸੋ ਤੁਹਾਡੇ ਮੀਡੀਆ ਵਾਲਿਆਂ ਨੇ ਵੀ ਉਹਨੂੰ ਕਾਫੀ ਫਿਰ ਕਵਰ ਕੀਤਾ ਸੀ ਉਸ ਵਕਤ। ਅਖੀਰ ਦੇ ਵਿੱਚ ਤੁਸੀਂ ਬਰਨਵੀ ਦੇ ਲੋਕਾਂ ਨੂੰ ਜਾਂ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਕੀ ਕਹਿਣਾ ਚਾਹੋ? ਮੈਂ ਹਰਜਿੰਦਰ ਜੀ ਇਹੀ ਕਹਿਣਾ ਕਿ ਮੈਂ ਸਾਰਿਆਂ ਦਾ ਆਪਦੇ ਜਿਹਨਾਂ ਤਹਿ ਦਿਲ ਤੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਇਸ ਮੇਰੇ ਵਿੱਚ ਜਿਹੜਾ ਟਰਸਟ ਦਿੱਤਾ ਮੈਨੂੰ ਉਹਨਾਂ ਨੂੰ ਰਿਪਰੈਜ਼ੈਂਟ ਕਰਨ ਵਾਸਤੇ। ਜਦੋਂ ਹੁਣ ਆਪਾਂ ਦੇਖਿਆ 1970s ਦੇ ਵਿੱਚ 80 ਦੇ ਵਿੱਚ ਫਾਰਮ ਵਰਕਰਸ ਯੂਨੀਅਨ ਬਣਾਈ ਸੀਗੀ, ਯੂ ਨੋ ਲਾਈਕ ਸੋ ਡਿਫਿਕਲਟ, ਹਜੇ ਵੀ ਉਹਨਾਂ ਨਾਲ ਜਿਹੜਾ ਧੱਕਾ ਹੋ ਰਿਹਾ ਫਾਰਮ ਵਰਕਰਾਂ ਨਾਲ, ਮਜ਼ਦੂਰਾਂ ਨਾਲ, ਉਹ ਚੱਲ ਰਿਹਾ। ਸੋ ਅੱਜ ਤੁਸੀਂ ਮੇਰੇ ਪ੍ਰੋਗਰਾਮ ਤੋਂ ਮਗਰੋਂ ਆਫਿਸ ਦੇ ਵਿੱਚ ਆਇਆ, ਤੁਹਾਨੂੰ ਮੈਂ ਦਿਖਾਊਂ ਉੱਥੇ ਜਿਹੜੀ ਮੇਰੀਆਂ ਫੋਟੋਆਂ ਲਾਈਆਂ ਹੋਈਆਂ ਨੇ ਹਜੇ ਵੀ ਫਾਰਮ ਵਰਕਰਾਂ ਦੀਆਂ। ਤੇ ਕਿਉਂਕਿ ਜਿਸ ਸਾਨੂੰ ਆਪਣੇ ਰੂਟਸ ਨਹੀਂ ਭੁੱਲਣੇ ਚਾਹੀਦੇ। ਦੈਟਸ ਵੇਅਰ ਆਈ ਕਮ ਫਰੋਮ, ਦੈਟਸ ਵਾਟ ਆਈ ਰਿਪਰੈਜ਼ੈਂਟ। ਉਹ ਲੋਕਾਂ ਦਾ ਪਿਆਰ ਇਸ ਤਰ੍ਹਾਂ ਮਿਲਦਾ ਰਹੇ, ਉਹਦੇ ਨਾਲ ਫਿਰ ਥੋੜ੍ਹੀ ਜਿਹੜੀ ਜੋਬ ਈਜ਼ੀ ਹੋ ਜਾਂਦੀ ਆ, ਰਿਪਰੈਜ਼ੈਂਟੇਸ਼ਨ ਕਰਨੀ ਈਜ਼ੀ ਹੋ ਜਾਂਦੀ ਆ। ਸੋ ਮੈਂ ਇੱਕ ਵਾਰੀ ਫੇਰ ਸਾਰਿਆਂ ਦਾ, ਆਪਣੀ ਸਾਰੀ ਸਮੁੱਚੀ ਕਮਿਊਨਿਟੀ ਦਾ, ਖਾਸ ਕਰਕੇ ਮੇਰੇ ਜਿਹੜੇ ਹੈਗੇ ਨੇ ਸਾਊਥ ਏਸ਼ੀਅਨ ਭੈਣ ਭਰਾ, ਉਹਨਾਂ ਸਭ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਤੁਹਾਡੇ ਪ੍ਰੋਗਰਾਮ ਦੇ ਨੂੰ ਬਹੁਤ ਬਹੁਤ ਵਧਾਈ ਦੇਣੀ ਮੰਗਦਾ। ਥੈਂਕ ਯੂ। ਯੂ ਆਰ ਦ ਮੋਸਟ ਲਿਸਨ ਟੂ ਰੇਡੀਓ ਸਟੇਸ਼ਨ ਆਈ ਥਿੰਕ ਸਾਊਥ ਏਸ਼ੀਅਨ ਇਨ ਨਾਰਥ ਅਮਰੀਕਾ, ਮੇਬੀ ਐਵਰੀਵੇਅਰ ਐਲਸ ਆਈ ਡੋਂਟ ਨੋ, ਪਰ ਇੱਥੇ ਜਿਹੜੀ ਹੈਗੀ ਤੁਹਾਡੀ ਜਿਹੜੀ ਪ੍ਰੈਜ਼ੈਂਸ ਆ ਇਸ ਫੈਲਟ ਐਵਰੀਵੇਅਰ। ਸੋ ਕੰਗ੍ਰੈਚੁਲੇਸ਼ਨਸ। ਥੈਂਕ ਯੂ, ਬਹੁਤ ਬਹੁਤ ਮਿਹਰਬਾਨੀ। ਫਿਰ ਵੀ ਤੁਹਾਡੇ ਨਾਲ ਗੱਲਬਾਤ ਹੋਏਗੀ। ਥੈਂਕ ਯੂ। ਥੈਂਕਸ। ਰੈਡ FM ਵੱਲੋਂ BC ਦੀ ਵਿਧਾਨ ਸਭਾ ਦੇ ਵਿੱਚ ਪੇਸ਼ ਕੀਤੇ ਪ੍ਰੋਗਰਾਮ ਦੀਆਂ ਬਾਕੀ ਝਲਕੀਆਂ ਆਉਣ ਵਾਲੇ ਪ੍ਰੋਗਰਾਮਾਂ ਦੇ ਵਿੱਚ ਪੇਸ਼ ਕਰਾਂਗੇ। ਹੁਣ ਪ੍ਰਿੰਸੀਪਲ ਕਸ਼ਮੀਰਾ ਸਿੰਘ ਜੀ ਵੱਲੋਂ ਅਫਗਾਨਿਸਤਾਨ ਤੇ ਪੇਸ਼ ਕੀਤੀ ਜਾ ਰਹੀ ਜਾਣਕਾਰੀ ਤੇ ਆਧਾਰਿਤ ਸੈਗਮੈਂਟ ਦੀ ਆਖਰੀ ਕਿਸ਼ਤ ਹਾਜ਼ਰ ਹੈ। ਪ੍ਰੋਫੈਸਰ ਕਸ਼ਮੀਰਾ ਸਿੰਘ ਜੀ ਸਟੂਡੀਓਜ਼ ਦੇ ਵਿੱਚ ਨੇ, ਗੱਲਬਾਤ ਚੱਲ ਰਹੀ ਹੈ ਅਫਗਾਨਿਸਤਾਨ ਦੇ ਉੱਤੇ। ਫਿਰ ਉਸ ਤੋਂ ਬਾਅਦ ਕੀ ਹੋਇਆ? ਦੇਖੋ, ਜਿਸ ਵੇਲੇ ਡਿਊਰੈਂਟ ਲਾਈਨ ਫਿਕਸ ਹੋ ਗਈ ਜੀ, ਡਿਊਰੈਂਟ ਲਾਈਨ ਤੋਂ ਬਾਅਦ ਇਲਾਕੇ ਹੋ ਗਿਆ ਪਿਆ ਅੰਗਰੇਜ਼ਾਂ ਦਾ ਇਲਾਕਾ, ਅਫਗਾਨਾਂ ਦਾ ਇਲਾਕਾ। ਫਿਰ ਜਿਹੜੀ ਅਗਲੀ ਥਰਡ ਵਾਰ ਹੋਈ ਆ 1919 ਦੇ ਵਿੱਚ, ਉਹ ਪਹਿਲਾਂ ਅੰਗਰੇਜ਼ਾਂ ਨੇ ਇਹ ਹੱਕ ਰੱਖ ਲਿਆ ਸੀ ਆਪਣਾ ਵੀ ਤੁਹਾਡੀ ਜਿਹੜੀ ਫੋਰਨ ਪਾਲਿਸੀ ਹੈ ਉਹ ਸਾਡੇ ਹੱਥ ਹੋਊਗੀ। ਉਸ ਵੇਲੇ ਉਹਨੇ ਉਹ ਵੀ ਛੱਡ ਦਿੱਤੀ 1919 'ਚ। ਉਹ ਤੋਂ ਬਾਅਦ ਬਾਦਸ਼ਾਹ ਚੱਲਦੀ ਗਈ। 1933 ਦੇ ਵਿੱਚ ਕਿੰਗ ਜ਼ਹੀਰ ਸ਼ਾਹ ਆ ਗਿਆ ਉੱਥੇ, ਅੱਛਾ, ਅਫਗਾਨਿਸਤਾਨ ਵਿੱਚ।
ਕਿੰਗ ਜ਼ਹੀਰ ਸ਼ਾਹ ਨੇ ਫਿਰ ਇੰਡੀਆ ਆਜ਼ਾਦ ਹੋ ਗਿਆ 1947 ਦੇ ਵਿੱਚ, ਇਹ ਹੋ ਗਿਆ ਇਲਾਕੇ, ਉਹ ਹੋ ਗਏ, ਉਹ ਪਾਕਿਸਤਾਨ ਨੂੰ ਚਲੇ ਗਿਆ, ਉਧਰ ਉਹ ਚਲੇ ਗਿਆ, ਇਹ ਫਿਰ ਤਿੰਨੇ ਹੀ ਮੁਲਕ ਆਪਣੇ ਆਪਣੇ ਕਹਿ ਲਗਾ ਪ੍ਰੈਜ਼ੈਂਟ ਸ਼ਕਲ ਦੇ ਵਿੱਚ ਆ ਗਏ। ਇੰਡੀਆ ਦੀ ਬਾਰਡਰ ਜਿਹੜਾ ਹੈਗਾ ਆ ਉਹ ਰੈੱਡ ਕਲਿਫ ਲਾਈਨ ਹੋ ਗਈ, ਉਹ ਡੂਰੈਂਟ ਲਾਈਨ ਹੋ ਗਈ, ਇਧਰ ਚੀਨ ਵਾਲ ਮੈਕਮੋਹਨ ਲਾਈਨ ਹੋ ਗਈ। ਠੀਕ ਹੈ, ਤਿੰਨੇ ਹੀ ਹੋ ਗਏ, ਤਿੰਨੇ ਇਲਾਕੇ ਹੋ ਗਏ। ਉੱਥੋਂ ਫਿਰ ਜਿਸ ਵੇਲੇ 1947 ਤੋਂ ਬਾਅਦ ਕਿੰਗ ਜ਼ਹੀਰ ਸ਼ਾਹ ਰਾਜ ਕਰਦਾ ਜੀ, 1973 ਦੇ ਵਿੱਚ ਉੱਥੇ ਕਿੰਗ ਜ਼ਹੀਰ ਸ਼ਾਹ ਇਟਲੀ ਨੂੰ ਗਿਆ ਆਇਆ ਸੀਗਾ ਜੀ। ਅੱਛਾ। ਮਗਰੋਂ ਉਹਦੇ ਕਜ਼ਨ ਨੇ ਕੂ ਕਰ ਦਿੱਤਾ ਜੀ। ਅੱਛਾ ਜੀ। ਉਹ ਕਬਜ਼ਾ ਕਰ ਲਿਆ ਜੀ ਆਪਣੇ ਦਾਊਦ ਨੇ, ਅਫਗਾਨਿਸਤਾਨ ਦੇ ਦਾਊਦ ਨੇ ਕਬਜ਼ਾ ਕਰਕੇ ਨਾਲੇ ਇਹ ਕਰ ਦਿੱਤਾ ਵੀ ਬਾਦਸ਼ਾਹਤ ਖਤਮ, ਇੱਥੇ ਹੁਣ ਬਾਦਸ਼ਾਹਤ ਨਹੀਂ ਹੋਊਗੀ, ਇੱਥੇ ਡੈਮੋਕ੍ਰੈਟਿਕ ਰਾਜ ਹੋਊਗਾ। ਅੱਛਾ। ਦਾਊਦ ਨੇ ਕਿਹਾ। ਉਹ ਉੱਥੇ ਗਿਆ ਸੀਗਾ ਜੀ, ਤੁਸੀਂ ਡੈਮੋਕ੍ਰੈਟਿਕ ਰਾਜ ਆਪਾਂ ਕਹਿ ਸਕਦੇ ਹਾਂ ਵੀ ਅਹਿਮਦ ਸ਼ਾਹ ਅਬਦਾਲੀ ਦੀ ਬਾਦਸ਼ਾਹਤ ਜਿਹੜੀ 1747 ਚ ਕੀਤੀ ਸੀ, ਉਹ 225 ਸਾਲ ਦੇ ਬਾਅਦ ਅਫਗਾਨਿਸਤਾਨ ਦੇ ਵਿੱਚ 1973 ਦੇ ਵਿੱਚ ਖਤਮ ਹੋ ਗਈ। ਅੱਛਾ, ਫਿਰ ਕੀ ਹੋਇਆ? 1973 ਦਾਊਦ ਨੇ ਰਾਜ ਕਰਨਾ। ਦਾਊਦ ਜਿਹੜਾ ਸੀਗਾ ਉਹਨਾਂ ਸੈਕੂਲਰ ਰਾਜ ਕੀਤਾ, ਡੈਮੋਕ੍ਰੈਟਿਕ ਜਿੱਦਾਂ ਦਾ ਸੀਗਾ ਉਹਨੂੰ ਕੀਤਾ ਨਾਲ, ਪਰ ਉਹ ਜਾ ਕੇ ਰੂਸੀਆ ਨੂੰ ਇਗਨੋਰ ਕਰਨ ਲੱਗ ਪਿਆ। ਰੂਸੀਆ ਨੂੰ ਜਿਸ ਵੇਲੇ ਇਗਨੋਰ ਕਰਨ ਲੱਗ ਪਿਆ, ਉਸੇ ਜਦੋਂ ਡੈਮੋਕ੍ਰੈਟ ਰਾਜ ਕੀਤਾ ਤਾਂ ਇੱਕ ਪ੍ਰੋਗਰੈਸਿਵ ਡੈਮੋਕ੍ਰੈਟਿਕ ਪਾਰਟੀ ਆਫ ਅਫਗਾਨਿਸਤਾਨ ਬਣ ਗਈ ਉੱਥੇ। PDPA ਉਹਨੂੰ ਕਹਿੰਦੇ ਆ। ਉਹ ਜ਼ਿਆਦਾ ਉਹਦੇ ਚ ਕਾਮਰੇਡ ਸੀਗੇ। ਉਹ ਪਾਰਟੀ ਜਿਹੜੀ ਸੀ ਕਾਮਰੇਡਾਂ ਦੀ ਪਾਰਟੀ ਸੀਗੀ, ਉਹਨਾਂ ਨੇ ਇਹ ਹੋ ਗਿਆ, ਉਹ ਉਹਨਾਂ ਨੂੰ ਇਗਨੋਰ ਕਰਨ ਲੱਗ ਪਿਆ। ਉਹਨੇ 1978 ਦੇ ਵਿੱਚ ਕਰਕੇ ਦਾਊਦ ਤੋਂ ਉਹਦੀ ਸਾਰੀ ਫੈਮਿਲੀ ਕਤਲ ਕਰਤੀ। ਅੱਛਾ। ਉਹ ਜ਼ਿਆਦਾ ਕਾਮਰੇਡ ਸੀ। ਸੋ ਤੁਸੀਂ ਕਹਿ ਸਕਦੇ ਆ ਕਿ ਉਸ ਵੇਲੇ ਉਹਨੇ ਕਮਿਊਨਿਸਟਾਂ ਨੇ ਉੱਤੇ ਕਬਜ਼ਾ ਕਰ ਲਿਆ 1978 ਦੇ ਵਿੱਚ। 1978 ਦੇ ਵਿੱਚ ਕਬਜ਼ਾ ਕਰਕੇ ਉਹ ਤਰਾਕੀ ਜਿਹੜਾ ਸੀ, ਨੂਰ ਮੁਹੰਮਦ ਤਰਾਕੀ ਬਣ ਗਿਆ ਉਹਦਾ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ। ਉਹ ਉਹਨਾਂ ਦੇ ਵਿੱਚ ਆਪਸੀ ਫੈਕਸ਼ਨਲਿਜ਼ਮ ਸੀ, ਕਮਿਊਨਿਸਟਾਂ 'ਚ ਆਪਸੀ ਝਗੜੇ ਲੜਾਈਆਂ ਕਰਦੇ ਸੀਗੇ। ਉਹਦੇ ਕੁਛ ਚਿਰ ਬਾਅਦ ਉਹ ਤਰਾਕੀ ਨੂੰ ਵੀ ਕਤਲ ਕਰ ਦਿੱਤਾ ਕਿਸੇ ਨੇ। ਅੱਛਾ। ਹਾਂਜੀ, ਉਹ ਤਰਾਕੀ ਨੂੰ ਜੇ ਕਤਲ ਕੀਤਾ 1979 ਦੇ ਵਿੱਚ, 1979 ਦੇ ਵਿੱਚ ਫਿਰ ਆ ਕੇ ਰੂਸੀਆ ਨੇ ਸਿੱਧਾ ਹੀ ਹਮਲਾ ਕਰ ਦਿੱਤਾ ਅਫਗਾਨਿਸਤਾਨ ਦੇ ਉੱਤੇ। ਅਫਗਾਨਿਸਤਾਨ ਤੇ ਟੈਂਕ ਚਾੜ ਕੇ ਹਮਲਾ ਕਰਕੇ ਆਪਣਾ ਕਬਜ਼ਾ ਕਰ ਲਿਆ ਉੱਥੇ। ਹੁਣ ਤੁਸੀਂ ਇਹ ਦੇਖੋ ਵੀ ਉਹ ਸੌਖਾ ਉਹਨਾਂ ਲਈ ਕਿੱਦਾਂ ਹੋਇਆ, ਕਿਉਂਕਿ ਇਹ ਜਿਹੜੇ ਮੁਲਕ ਹੈਗੇ ਆ ਤਾਜਿਕਸਤਾਨ, ਉਜ਼ਬੇਕਿਸਤਾਨ ਤੇ ਦੂਜਾ ਆਪਣਾ ਤੁਰਕਮਨਿਸਤਾਨ ਤੇ ਨਾਲੇ ਕਿਰਗਿਸਤਾਨ ਤੇ ਉਜ਼ਬੇਕਿਸਤਾਨ, ਇਹ ਸਾਰੇ ਰੂਸ ਸੀਗਾ ਉਸ ਵੇਲੇ। ਉਸ ਵੇਲੇ ਇਹ ਨਹੀਂ ਸੀ, ਉਹ ਸਾਰੇ ਜਿਹੜੇ ਰਸ਼ੀਆ ਦਾ ਹਿੱਸਾ ਸੀਗਾ। ਇਸ ਕਰਕੇ ਉਹਨਾਂ ਨੂੰ ਔਖਾ ਨਹੀਂ ਸੀ, ਨਾਲ ਬੈਠੇ ਸੀਗੇ, ਉੱਥੋਂ ਨਹੀਂ ਆ ਕੇ ਦੱਬ ਲਿਆ ਤੇ ਉੱਥੇ ਰਾਜ ਕਰਨਾ ਸ਼ੁਰੂ ਕਰਤਾ। ਅੱਛਾ, ਰਾਜ ਕਰਨਾ ਸ਼ੁਰੂ ਕਰ ਦਿੱਤਾ ਤਾਂ ਉਹ ਮੋਹਰੇ 1980 ਦੀ ਓਲੰਪਿਕ ਆ ਗਈ ਜੀ। ਵੈਸਟਰਨ ਵਰਲਡ ਨੇ ਇਹ ਕਿਹਾ ਜਾ ਕੇ ਵੀ ਅਸੀਂ ਉਹਦਾ ਬਾਈਕਾਟ ਕਰਨਾ। ਰੂਸੀਆ ਨੇ ਵਾਧੀ ਕੀਤੀ ਹੈ ਜਾ ਕੇ, ਇਹ ਜਿਹੜੀ ਰੂਸੀਆ ਨੇ ਜ਼ਬਰਦਸਤੀ ਕੀਤੀ ਹੈ, ਤੇ ਰੂਸੀਆ ਨੂੰ ਦੱਸਣਾ ਚਾਹੀਦਾ ਸਾਰੀ ਦੁਨੀਆ ਇਕੱਠੇ ਹੋ ਕੇ ਵੀ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਉਹ ਬਾਈਕਾਟ ਕੀਤਾ, ਚਲੋ ਐਨੀਵੇ, ਪਰ ਉਹ ਰੂਸੀਆ ਨੇ ਛੱਡਿਆ ਨਹੀਂ ਹੈ ਜੀ। ਰੂਸੀ ਰਾਜ ਕਰਦੇ ਰਹੇ। ਰੂਸੀਆ ਨੇ ਉਸ ਵੇਲੇ ਜੇ ਦੇਖੋ ਕਈ ਪੱਖ ਇੱਦਾਂ ਵੀ ਸੀ, ਉਸ ਵੇਲੇ ਉਹਨੇ ਐਜੂਕੇਸ਼ਨ ਬੜਾ ਧਿਆਨ ਦਿੱਤਾ। ਕਾਬਲ ਯੂਨੀਵਰਸਿਟੀ ਵਿੱਚ ਕੁੜੀਆਂ ਦੀ ਗਿਣਤੀ ਵੱਧ ਗਈ ਮੁੰਡਿਆਂ ਨਾਲੋਂ, ਉਹ ਧਿਆਨ ਦਿੱਤਾ। ਲਾ ਐਂਡ ਆਰਡਰ ਵੀ ਕੀਤਾ, ਉਹ ਕੀਤਾ, ਸਭ ਕੁਛ ਕੀਤਾ ਜੋ ਹੁੰਦਾ ਉਹਨੇ ਕਰਦੇ ਰਹੇ। 1982 ਦੀ ਜਦ ਏਸ਼ੀਅਨ ਗੇਮਸ ਹੋਈ ਤਾਂ ਉੱਥੇ ਅਫਗਾਨਿਸਤਾਨ ਦੀਆਂ ਟੀਮਾਂ ਆਈਆਂ, ਮੈਂ ਵੀ ਦੇਖਣ ਗਿਆ ਸੀ, ਅਸੀਂ ਵੀ ਦੇਖੇ ਜਾ ਕੇ ਜੀ। ਉਹ 1982 ਤੇ ਉਹ ਰਾਜ ਚੱਲਦਾ ਗਿਆ ਜੀ, ਜਾ ਕੇ ਉਹ ਚੱਲਦਾ ਗਿਆ ਜੀ। ਪਰ ਉਹ ਵੀ ਜਿਹੜੇ ਹੈਗੇ ਆ ਪਿੰਡਾਂ ਦੇ ਇਲਾਕਿਆਂ ਦੇ ਵਿੱਚ ਨਹੀਂ ਪੀਸ ਕਰ ਸਕੇ। ਉੱਥੇ ਫਿਰ ਉੱਦਾਂ ਹੀ ਹੁੰਦੀ ਰਹੀ ਜਾ ਕੇ, ਉੱਧਰੋਂ ਹੁੰਦੀ ਹੋ ਗਈ। ਜਦੋਂ ਰੂਸੀਆ ਦਾ ਉਸ ਵੇਲੇ ਜਿਹੜਾ ਪੀਰੀਅਡ ਚੱਲ ਰਿਹਾ ਸੀ, ਉਹ ਸੀਗਾ ਉਸ ਵੇਲੇ ਰਸ਼ੀਆ ਤਾਂ ਅਮਰੀਕਾ ਦੀ ਕੋਲਡ ਵਾਰ ਦਾ ਪੀਰੀਅਡ। ਹੁਣ ਆਪਾਂ ਦੇਖਦੇ ਆ, ਤੁਸੀਂ ਦੇਖੋ ਜਿਸ ਵੇਲੇ ਅਸੀਂ ਛੋਟੇ ਸੀ ਕਿੱਦਾਂ ਬਦਲਦਾ ਕੰਮ। ਸਾਡੇ ਛੋਟੇ ਸੀ ਉਸ ਵੇਲੇ ਇਹ ਕਹਿੰਦੇ ਸੀ ਜੀ ਅੰਗਰੇਜ਼ਾਂ ਦਾ ਜਿਹੜੇ ਰਾਜ ਦੇ ਵਿੱਚ ਸੂਰਜ ਨਹੀਂ ਮਿਟਦਾ। ਐਡਾ ਵੱਡਾ ਰਾਜ ਆ, ਸੂਰਜ ਛਿਪਦਾ ਨਹੀਂ ਹੈ। ਉਹ ਜਿਹੜਾ ਐਡਾ ਰਾਜ ਆ, ਚੰਗੇਜ਼ ਖਾਨ ਤੋਂ ਬਾਅਦ ਪਹਿਲੀ ਵਾਰ ਕਹਿੰਦੇ ਐਡਾ ਰਾਜ ਬਣਿਆ ਜਾ ਕੇ। ਉਹ ਫਿਰ ਦੇਖਦੇ ਸੈਕੰਡ ਵਰਲਡ ਵਾਰ ਹੋਈ ਜੀ। ਸੈਕੰਡ ਵਰਲਡ ਵਾਰ ਦੇ ਵਿੱਚ ਇਹ ਪਿੱਛੇ ਪੈਣ ਲੱਗ ਪਏ ਜੀ, ਪਿੱਛੇ ਪੈਣ ਲੱਗ ਪਏ ਤੇ ਕੋਈ ਨਵੀਆਂ ਦੋ ਪਾਵਰਾਂ ਉੱਭਰ ਗਈਆਂ, ਰਸ਼ੀਆ ਤੇ ਅਮਰੀਕਾ ਜੀ। ਰਸ਼ੀਆ ਅਮਰੀਕਾ ਪਾਵਰਾਂ, ਇਹ ਆ ਜਿਹੜਾ ਪੀਰੀਅਡ ਹੈ ਇਹ ਉਸ ਪੀਰੀਅਡ ਦੀ ਗੱਲ ਆ। ਇਹ ਜਿਸ ਵੇਲੇ ਕੋਲਡ ਵਾਰ ਚੱਲਦੀ ਦੇ ਵਿੱਚ ਅਮਰੀਕਾ ਨੇ ਕੀ ਕੀਤਾ ਜੀ, ਅਮਰੀਕਾ ਨੇ ਉੱਥੇ ਫਿਰ ਜਹਾਜ਼ ਸ਼ੁਰੂ ਕਰਾਤਾ। ਉੱਥੇ ਜਹਾਜ਼ ਸ਼ੁਰੂ ਕਰਤਾ ਵੀ ਇਹ ਜਿਹੜੇ ਰੂਸੀ ਹੈਗੇ ਆ, ਇਹ ਗੋਡ ਫੀਅਰਿੰਗ ਪੀਪਲ ਹੈ ਨਹੀਂ, ਰੱਬ ਨੂੰ ਮੰਨਦੇ ਨਹੀਂ ਹੈ, ਇਹ ਕਰਦੇ, ਇਹ ਇਸਲਾਮ ਦੇ ਖਿਲਾਫ ਆ, ਜੇ ਆ ਵਾਹ ਜਹਾਦ ਕਰਕੇ। ਉਹਨੀ ਫਿਰ ਆ ਜਿਹੜੇ ਸਾਰੇ ਇਸੇ ਮੁਜਾਹਿਦੀਨ ਪੈਦਾ ਕੀਤੇ ਉੱਥੇ
ਮੁਜਾਹਿਦੀਨ ਨੂੰ ਹਥਿਆਰ ਦਿੱਤੇ, ਮੁਜਾਹਿਦੀਨ ਨੂੰ ਹਥਿਆਰ ਦਿੱਤੇ ਜਾ ਕੇ, ਔਰ ਮੁਜਾਹਿਦੀਨ ਨੂੰ ਤਕੜੇ ਕੀਤੇ। ਇੱਥੇ ਜਿਹੜਾ ਸੈਕਟਰੀ ਆਫ ਸਟੇਟ ਸੀ, ਮੇਰਾ ਖਿਆਲ ਰਾਮਸਵੀਰ ਸੀ, ਮੈਨੂੰ ਭੁੱਲਾ ਨਹੀਂ, ਉਹ ਪੱਗ ਬੰਨ੍ਹ ਕੇ ਮੁਜਾਹਿਦੀਨ ਵਰਗੀ ਸ਼ਕਲ ਬਣਾ ਕੇ ਉੱਥੇ ਗਿਆ, ਕਹਿੰਦਾ ਇਹ ਜਿਹੜੇ ਰੱਬ ਨੂੰ ਨਾ ਮੰਨਣ ਵਾਲੇ ਇਹਨਾਂ ਨੂੰ ਚੱਕ ਦਿਓ ਜਾ ਕੇ, ਤਾਂ ਸਾਰਾ ਮਾਰ ਦੇਣਾ ਹੈਗਾ, ਇਸਲਾਮਿਕ ਵਰਲਡ ਮਾਰ ਦੇਣੀ ਇਹਨੀ ਸਾਰੀ ਜਾ ਕੇ। ਇਹਨੀ ਫਿਰ ਉਹ ਸਾਰੇ ਤਕੜੇ ਕੀਤੇ, ਮੁਜਾਹਿਦੀਨ ਕੀਤੇ, ਹਥਿਆਰ ਦਿੱਤੇ ਸਾਰਿਆਂ ਨੂੰ, ਕਿਉਂਕਿ ਇਹਨਾਂ ਨੂੰ ਖਤਰਾ ਉਸ ਵੇਲੇ ਉਹਨਾਂ ਤੋਂ ਨਹੀਂ ਸੀ, ਇਹਨਾਂ ਨੂੰ ਖਤਰਾ ਸੀ ਰੂਸੀਆਂ ਤੋਂ। ਬਿਲਕੁਲ ਇਹ ਕਹਿੰਦੇ ਸੀ ਵੀ ਰਸ਼ੀਆ ਜਿਹੜਾ ਖਤਮ ਹੋ ਜਾਵੇ ਫਿਰ ਸਾਰੇ ਸੇਫ ਹੈ ਜਾ ਕੇ। ਸੋ ਉਹਨਾਂ ਨੂੰ ਸਪੈਸ਼ਲੀ ਉਹ ਜਿਹੜੀਆਂ ਸ਼ੋਲਡਰ ਵਾਲੀਆਂ ਮਿਜ਼ਾਈਲਾਂ ਨਾ, ਉਹਨੇ ਰੂਸੀ ਜ਼ਿਆਦਾ ਮਾਰੇ ਕਹਿੰਦੇ ਆ। ਹਾਂਜੀ, ਉਹ ਜਿਹੜੇ ਸੀ ਸ਼ੋਲਡਰ ਵਾਲੀਆਂ ਜਿਹੜੀਆਂ ਮਿਜ਼ਾਈਲਾਂ ਸੀਗੀਆਂ, ਉਹ ਜਿਸ ਵੇਲੇ ਸ਼ੋਲਡਰ ਤੇ ਰੱਖ ਕੇ ਚਲਾਉਂਦੇ ਸੀ, ਉਹ ਧੱਕਾ ਜਿਹਾ ਲੱਗਦਾ ਸੀ ਉਹਨਾਂ ਨੂੰ, ਥੋੜਾ ਗਦੀਆਂ ਤੇ ਰੱਖ ਲੈਂਦੇ ਸੀ, ਉਹ ਧੱਕਾ ਜਿਹਾ ਲੱਗਦਾ ਸੀ। ਪਰ ਉਹ ਫਿਰ ਜਿਹੜੇ ਰਸ਼ੀਅਨ ਪਲੇਨ ਜਾਂ ਹੈਲੀਕਾਪਟਰ ਸੀ, ਉਹਨਾਂ ਨੂੰ ਸਿੱਟਣ ਲੱਗ ਪਿਆ ਜੀ। ਉਹ ਸਾਰੇ ਅਫਗਾਨਿਸਤਾਨ 'ਚ ਉਹਨੇ ਉੜਨੇ ਨਹੀਂ ਦਿੱਤੇ ਕਿਤੇ ਜੀ, ਉਹ ਪਿੰਡਾਂ 'ਚ ਲੈ ਕੇ ਬੈਠੇ। ਜਦ ਜਹਾਜ਼ ਦੇਖਿਆ ਉਹਦੇ ਨੂੰ ਛੱਡ ਦਿੱਤਾ ਜਾ ਕੇ। ਉਹ ਰਿਜ਼ਲਟ ਕੀ ਹੋਇਆ ਜੀ, 1999 'ਚ ਰਸ਼ੀਆ ਨੂੰ ਉਹ ਛੱਡਣਾ ਪਿਆ ਜੀ, ਰਸ਼ੀਆ ਨੂੰ ਛੱਡਣਾ ਪਿਆ ਜੀ। ਉਹ ਤੋਂ ਜਾ ਕੇ 5-6 ਸਾਲ ਬਾਅਦ ਉੱਥੇ ਜਿਹੜੇ ਆ ਮੁਜਾਹਿਦੀਨ ਰਾਜ ਰੂਜ ਕਰਦੇ ਰਹੇ, ਰੌਲਾ ਗੋਲਾ ਰਿਹਾ। ਰੌਲਾ ਗੋਲਾ ਜਦ ਨਾ ਹੋਇਆ ਤਾਂ ਉਹਨਾਂ ਹੀ ਦਿਨਾਂ ਵਿੱਚ ਉਹ ਜਿਹੜੇ ਮੁਜਾਹਿਦੀਨ ਸੀਗੇ, ਉਹ ਮੁਜਾਹਿਦੀਨਾਂ 'ਚੋਂ ਕੁਛ ਇਕੱਠੇ ਕਰਕੇ 1994 ਦੇ ਵਿੱਚ ਮੁੱਲਾ ਉਮਰ ਨੇ ਫਿਰ ਤਾਲਿਬਾਨ ਮੂਵਮੈਂਟ ਬਣਾ ਲਈ, ਸਟੂਡੈਂਟਸ ਇਕੱਠੇ ਕਰ ਲਏ। ਸੋ ਹੁਣ ਸਟੂਡੈਂਟ ਇਕੱਠੇ ਕਰ ਲਏ। ਇਹ ਕਿਹੜੇ ਸਟੂਡੈਂਟ ਸੀ? ਇਹ ਸਟੂਡੈਂਟ ਉਹ ਸੀਗੇ ਜਿਹੜੇ ਇਸਲਾਮਿਕ ਸੈਮੀਨਾਰਾਂ ਦੇ ਵਿੱਚ ਇਸਲਾਮਿਕ ਸਿੱਖਿਆ ਲੈਂਦੇ ਸੀਗੇ। ਉਹ ਮਦਰਸਿਆਂ ਵਾਲੇ ਪਾਕਿਸਤਾਨ ਦੇ ਵਿੱਚ ਸੀਗੇ ਜ਼ਿਆਦਾ, ਜਿੱਦਾਂ ਬਾਕੀ ਧਾਰਮਿਕ ਅਦਾਰੇ ਵਾਲੇ ਵੀ ਕਰਦੇ ਆ, ਇਕੱਲੇ ਇਸਲਾਮ ਵਾਲੇ ਨਹੀਂ ਕਰਦੇ, ਸਾਰੇ ਕਰਦੇ ਆ। ਬਿਲਕੁਲ ਇਹ ਆਪਣੇ ਹਿੰਦੂ ਵੀ ਕਰਦੇ ਆ, ਸਿੱਖ ਵੀ, ਆਪਣੇ ਕ੍ਰਿਸਚਨਾਂ ਦਾ ਵੀ ਹੈਗੇ, ਹਾਂ ਦੱਸਦੇ ਹੈਗੇ ਜਾ ਕੇ ਇੱਦਾਂ ਸਾਡਾ ਧਰਮ ਆਇਆ। ਉਹ ਧਾਰਮਿਕ ਅਦਾਰਿਆਂ ਦੇ ਵਿੱਚੋਂ ਜਿਹੜੇ ਸਟੂਡੈਂਟ ਆਏ, ਉਹ ਮੁੱਲਾ ਉਮਰ ਨੇ ਉਹਨਾਂ ਨੂੰ ਇਕੱਠੇ ਕੀਤਾ, ਪਲੱਸ ਉਹ ਜਿਹੜੇ ਰੂਸੀਆਂ ਦੇ ਖਿਲਾਫ ਲੜਨ ਵਾਲੇ ਮੁਜਾਹਿਦੀਨ ਵਿਹਲੇ ਹੋ ਗਏ ਸੀਗੇ, ਉਹ ਨਾਲ ਆ ਗਏ। ਉਹ ਨਾਲ ਲਾ ਕੇ ਇੱਕ ਮੂਵਮੈਂਟ ਬਣਾਈ ਫਿਰ ਤਾਲਿਬਾਨ ਦੀ ਮੂਵਮੈਂਟ। ਉਹ ਤਾਲਿਬਾਨ ਦੀ ਮੂਵਮੈਂਟ ਇੰਨੀ ਤੇਜ਼ੀ ਨਾਲ ਵਧੀ ਜਾ ਕੇ ਕਿ ਉਹਨੇ ਬਣਦੇ 6 ਮਹੀਨੇ ਦੇ ਅੰਦਰ ਅੰਦਰ ਕੰਧਾਰ ਤੇ ਕਬਜ਼ਾ ਕਰ ਲਿਆ। ਹੁਣ ਕੰਧਾਰ ਜਿਹੜਾ ਹੈ, ਕੰਧਾਰ ਕਾਬਲ ਤੋਂ ਤਕਰੀਬਨ 500 ਕਿਲੋਮੀਟਰ ਹੈ, ਠੀਕ ਹੈ ਨਾ ਜੀ। ਇਹ ਕੰਧਾਰ ਦੇ ਵਿੱਚ ਬੇਸ ਵੱਜਾ, ਉੱਥੋਂ ਫਿਰ ਇੱਧਰ ਨੂੰ ਤੁਰੇ ਜਾ ਕੇ ਜਿਹੜੇ ਉਹ ਤੁਰਦੇ ਥਾ ਕੇ ਪਤਾ ਫਿਰ ਉਹ ਤਾਲਿਬਾਨ ਨੇ ਜਾ ਕੇ ਕਾਬਲ ਦੇ ਉੱਤੇ ਕਬਜ਼ਾ ਕਰ ਲਿਆ। ਕਾਬਲ ਤੇ ਕਬਜ਼ਾ ਕਰਕੇ ਫਿਰ ਤਾਲਿਬਾਨ ਮੇਰਾ ਖਿਆਲ ਰਹੇ ਆ 96 ਤੋਂ ਲੈ ਕੇ 2001। ਹੁਣ 2001 ਦੇ ਵਿੱਚ ਫਿਰ ਇੱਥੇ ਹਮਲਾ ਹੋ ਜਾਂਦਾ ਜੀ, ਅਮਰੀਕਾ ਦੇ ਟਵਿਨ ਟਾਵਰ ਜਿਹੜੇ ਟਵਿਨ ਟਾਵਰ ਤੇ ਹਮਲਾ ਹੁੰਦਾ। ਉੱਥੋਂ ਫਿਰ ਉਹ ਗੱਲ ਕੀਤੀ ਹੈ ਜਿਹੜੀ ਹੁਣ ਆਪਾਂ ਪਹਿਲਾਂ ਸ਼ੁਰੂ ਕੀਤੀ ਸੀ ਗੱਲ ਨਾ, ਵੀ ਇਹ ਟ੍ਰੈਡੀਸ਼ਨਾਂ ਦੇ ਬਹੁਤ ਆ ਤੇ ਮਹਿਮਾਨ ਨਵਾਜ਼ੀ ਆ। ਹੁਣ ਉਹ ਜਾ ਕੇ ਉਸਾਮਾ ਬਿਨ ਲਾਦਨ ਨੂੰ ਉਹ ਸਮਝਦੇ ਸੀ ਵੀ ਇਹ ਮਾਸਟਰ ਮਾਈਂਡ ਹੈ ਇਹ ਸਾਰੇ ਹਮਲੇ ਦਾ। ਜਾ ਕੇ ਉਹ ਕਹਿੰਦੇ ਉਹ ਸਮਝਦੇ ਫਿਰ ਉੱਥੇ ਆ ਅਫਗਾਨਿਸਤਾਨ ਦੇ ਵਿੱਚ ਤੋਰਾ ਬੋਰਾ ਜਿਹੜੀ ਉੱਥੇ ਵਗੈਰਾ ਉੱਥੇ ਸੀਗਾ ਜਾ ਕੇ। ਉਹਦੀ ਜਾ ਕੇ ਇਹਨਾਂ ਨੂੰ ਕਿਹਾ ਵੀ ਸਾਨੂੰ ਉਹ ਦੇ ਦਿਓ। ਉਹ ਕਹਿੰਦੇ ਸਾਡਾ ਮਹਿਮਾਨ ਆ, ਉਹਨੂੰ ਪਨਾਹ ਲੈ ਲਈਏ ਸਾਡੇ। ਇਹ ਅਸੀਂ ਟ੍ਰੈਡੀਸ਼ਨ ਕਿੱਦਾਂ ਤੋੜ ਦੇਈਏ? ਅਸੀਂ ਤਾਂ ਸਾਰੇ ਖਤਮ ਹੋ ਜਾਏਗਾ। ਅਸੀਂ ਆਪਣੀ ਕੌਨਸ਼ੀਅਸ ਨੂੰ ਕੀ ਜਵਾਬ ਦੇਵਾਂਗੇ ਵੀ ਤੁਸੀਂ ਇੱਕ ਆਪਣੇ ਗੈਸਟ ਨੂੰ ਜਾ ਕੇ ਕਿਸੇ ਦੇ ਹਵਾਲੇ ਕਰ ਦਿੱਤਾ? ਉਹ ਕਹਿੰਦੇ ਅਮਰੀਕਾ ਨੇ ਉਹਨਾਂ ਨੂੰ ਕਿਹਾ ਵੀ ਅਸੀਂ ਤੁਹਾਨੂੰ ਪ੍ਰਾਈਸ ਬਹੁਤ ਦੇਣੀ ਪੈਣੀ ਹੈ। ਉਹ ਕਹਿੰਦੇ ਕੋਈ ਗੱਲ ਨਹੀਂ, ਉਹ ਕਹਿੰਦੇ ਪ੍ਰਾਈਸ ਤੇ ਚੱਲਾਂਗੇ ਜਾ ਕੇ, ਪਰ ਅਸੀਂ ਆਪਣੇ ਜਿਹੜੀ ਟ੍ਰੈਡੀਸ਼ਨ ਨਹੀਂ ਤੋੜ ਸਕਦੇ ਹੈ ਜਾ ਕੇ, ਵੀ ਇਹ ਜਿੱਦਾਂ ਵੀ ਹੋਗਾ ਅਸੀਂ ਤੁਹਾਨੂੰ ਨਹੀਂ ਦੇਣਾ। ਉਹਦਾ ਰਿਜ਼ਲਟ ਮੈਨੂੰ ਲੱਗਦਾ ਉਹ ਜਿਹੜੀ ਉਹਨਾਂ ਦੀ ਹੈਗੇ ਮਹਿਮਾਨ ਨਵਾਜ਼ੀ ਤੇ ਟ੍ਰੈਡੀਸ਼ਨ ਅੱਜ ਤੱਕ ਹੁਣ ਉਹ ਚੱਲ ਰਿਹਾ ਮੈਨੂੰ ਲੱਗਦਾ। ਉਹ ਤੋਂ ਬਾਅਦ ਫਿਰ 20 ਸਾਲ ਜਿਹੜੀ ਹੈਗੀ ਆ ਚੱਲਦੀ ਹੈ। ਹੁਣ ਹੈਗਾ ਇਹ ਟ੍ਰੈਡੀਸ਼ਨ ਕਿੱਦਾਂ ਤੋੜ ਤੁਸੀਂ ਕਰੋ ਤਾਂ ਮੇਰਾ ਨਾਮ ਹੈ ਕਰੰਟ ਦੀ ਗੱਲ ਕਰਦਾ। ਹੁਣ ਮੈਨੂੰ ਨਹੀਂ ਪਤਾ ਤਾਲਿਬਾਨ ਚੰਗੇ ਆ, ਮੈਨੂੰ ਨਹੀਂ ਪਤਾ ਉਹ ਮਾੜੇ ਆ, ਪਰ ਮੈਨੂੰ ਲੱਗਦਾ ਜਿੱਦਾਂ ਦੇ ਆਮ ਇਨਸਾਨ, ਦੇਖੋ ਮੇਰੀ ਇੱਕ ਗੱਲ ਮੈਂ ਜ਼ਰੂਰ ਕਹਿਣੀ ਹੈ ਸਭ, ਦੇਖੋ ਇਨਸਾਨ ਇਨਸਟਿੰਕਟਿਵਲੀ ਸਾਰੇ ਇੱਕੋ ਜਿਹੇ ਹੀ ਹੈ, ਇੱਕੋ ਜਿਹੇ। ਉਹ ਇਹ ਹਾਲਾਤ ਜਿਹੜੇ ਆ ਉਹ ਬੰਦੇ ਨੂੰ ਜੰਗਜੂ ਵੀ ਬਣਾਉਂਦੇ ਆ, ਜਾਹਲ ਵੀ ਬਣਾਉਂਦੇ ਆ, ਜ਼ਾਲਮ ਵੀ ਬਣਾਉਂਦੇ ਆ। ਅਸੀਂ ਸਮਝਦੇ ਹਾਂ ਵੀ ਇਹ ਬੜੇ ਖਰਾਬ ਆ ਬੰਦੇ, ਅਸੀਂ ਸਮਝਦੇ ਹਾਂ ਸਾਡੇ ਵਰਗੇ ਨਹੀਂ ਹੈ ਜਾ ਕੇ, ਇਹ ਤਾਂ ਬੰਦੇ ਬੜੇ ਜ਼ਾਲਮ ਬੰਦੇ ਆ। ਅਸੀਂ ਉਹੀ ਪੰਜਾਬੀਆਂ ਜਿਹਨੀ ਲੱਖਾਂ ਮੁਸਲਮਾਨ ਜਿਹੜੇ ਆ, ਔਰ ਉਹੀ ਮੁਸਲਮਾਨ ਆ ਜਿਹਨੀ ਲੱਖਾਂ ਸਿੱਖ ਮਾਰੇ ਆ 1947 ਦੇ ਵਿੱਚ। ਉਹ ਹਾਲਾਤ ਜਿਹੜੇ ਆ, ਹਾਲਾਤ ਬੰਦੇ ਨੂੰ ਇੱਦਾਂ ਦਾ ਪੈਦਾ ਕਰਦੇ ਆ। ਇਹਨਾਂ ਦੇ ਹਾਲਾਤ ਇੱਦਾਂ ਦੇ ਸਦਾ ਰਹੇ ਜਾ ਕੇ ਵਿੱਚ ਇੱਦਾਂ ਨਿਕਲਦੇ ਰਹੇ। ਪਰ ਮੈਂ ਨਾ ਉਹਨਾਂ ਨੂੰ ਜਸਟੀਫਾਈ ਕਰਦਾ ਤੇ ਨਾ ਮੈਂ ਉਹਨਾਂ ਦਾ ਖੰਡਨ ਕਰਦਾ, ਉਹਨਾਂ ਦਾ ਮਸਲਾ ਹੈ ਉਹ ਦੇਖੋ। ਪਰ ਸਭ ਅਖੀਰ ਦੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਅਖੀਰ 'ਚ ਸਰ ਇੱਕ ਤਾਂ ਮੈਂ ਇਹ ਕਹਿਣਾ ਚਾਹੁੰਦਾ ਵੀ ਜਿਹੜੀ ਆਪਾਂ ਸਾਰਿਆਂ ਨੂੰ ਇਹ ਸਮਝ ਲੈਣਾ ਚਾਹੀਦਾ ਵੀ ਮਨੁੱਖੀ ਫਿਤਰਤ ਜਿਹੜੀ ਆ ਉਹ ਇੱਕੋ ਹੀ ਹੁੰਦੀ ਆ। ਸਾਡੇ ਵਿੱਚ ਇਨਸਟਿੰਕਟ ਸਾਰਿਆਂ ਦੇ ਵਿੱਚ ਉਹ ਆ ਜਿਹੜੇ ਵਿੱਚ ਚਾਹੇ ਦੇਸੀ ਪਰਦੇਸੀ ਅਫਗਾਨੀ ਕੋਈ ਵੀ ਹੈਗਾ। ਹਾਲਾਤ ਇੱਦਾਂ ਕਰ ਦਿੰਦੇ ਆ ਜਿੱਦਾਂ ਹੁਣ ਆਪਾਂ ਪਹਿਲਾਂ ਲਾਸਟ 'ਚ ਗੱਲ ਕੀਤੀ ਸੀਗੀ ਵੀ ਅਸੀਂ ਉਹੀ ਕੰਮ ਕੀਤੇ ਆ ਜੋ ਇਹ ਕਰ ਰਹੇ ਆ। ਅਸੀਂ ਗੱਡੀਆਂ ਵੱਢੀਆਂ ਜਾ ਕੇ 47 ਵਿੱਚ ਮੁਸਲਮਾਨਾਂ ਨੇ ਵੀ ਵੱਢੀਆਂ, ਪਾਕਿਸਤਾਨੀ ਮੁਸਲਮਾਨਾਂ ਨੇ ਵੱਢੀਆਂ, ਜਿਹੜੇ ਅੱਜ ਕੱਲ੍ਹ ਪਾਕਿਸਤਾਨੀ ਹਿੰਦੁਸਤਾਨੀ ਪੰਜਾਬੀਆਂ ਨੇ, ਸਿੱਖਾਂ ਨੇ, ਹਿੰਦੂਆਂ ਨੇ ਵੱਢੀਆਂ। ਉਹੀ ਬੰਦੇ ਆ ਜਿਹੜੇ ਅੱਜ ਕੱਲ੍ਹ ਅਸੀਂ ਕਹਿ ਰਹੇ ਹਾਂ ਵੀ ਜਿਹੜੇ ਤਾਲਿਬਾਨ ਹੈਗੇ ਆ, ਇਹ ਬੜੇ ਜਿਹੜੇ
ਜ਼ਾਲਮ ਬੰਦੇ ਆ। ਜ਼ਾਲਮਾਂ ਦਾ ਇਨਸਟਿੰਕਟ ਬੰਦੇ ਦੇ ਅੰਦਰ ਹੀ ਹੈ ਜੀ, ਹਾਲਾਤ ਉਹਨੂੰ ਉਭਾਰ ਦਿੰਦੇ ਆ ਜਿੱਦਾਂ ਦੀ ਵੀ ਹੈਗੇ। ਦੂਸਰੀ ਗੱਲ ਮੈਂ ਇਹ ਕਹਿਣੀ ਚਾਹੁੰਦਾ ਸੀਗਾ ਜਾ ਕੇ ਵੀ ਇਹਨਾਂ ਦਾ ਬਹੁਤਾ ਚਿਰ ਇੱਕ ਚੀਜ਼ ਜਿਹੜੀ ਇਹਨਾਂ ਦੀ ਖਾਸ ਜਿਹੜੀ ਆ ਉਹ ਸਿੱਖ ਮਿਸਲਾਂ ਦੇ ਨਾਲ ਮਿਲਦੀ ਆ ਜਾ ਕੇ ਵੀ ਜਿਸ ਵੇਲੇ ਬਾਹਰਲਾ ਹਮਲਾਵਰ ਆਉਂਦਾ ਤਾਂ ਇਹ ਜਿਹੜੇ ਹੈਗੇ ਇਕੱਠੇ ਹੋ ਜਾਂਦੇ ਆ ਸਾਰੇ, ਜਿਸ ਵੇਲੇ ਉਹ ਚਲੇ ਜਾਂਦੇ ਤਾਂ ਫਿਰ ਆਪਸ ਵਿੱਚ ਲੜਦੇ ਆ। ਤਾਂ ਹੁਣ ਮੈਂ ਤੁਹਾਨੂੰ ਦੱਸਦਾ ਮੇਰੀ ਆਪਣੀ ਇਹ ਭਵਿੱਖਬਾਣੀ ਤਾਂ ਨਾ ਕਹੋ, ਮੇਰੀ ਇਹ ਆਬਜ਼ਰਵੇਸ਼ਨ ਆ ਵੀ ਹੁਣ ਜੇ ਰਾਜ ਹੋ ਗਿਆ ਇਹ ਫਿਰ ਆਪਸ ਵਿੱਚ ਲੜਾਈਆਂ ਹੋਣੀਆਂ, ਆਪਸ ਵਿੱਚ ਲੜਾਈਆਂ ਹੋਣੀਆਂ, ਕਿ ਲੜਦੇ ਆਪਸ ਵਿੱਚ ਲੜਾਈਆਂ ਹੋਣੀਆਂ, ਇਹ ਹੈਗੇ ਆ। ਔਰ ਮੈਂ ਇੱਦਾਂ ਸਮਝਦਾ ਥਿੰਨ ਸਾਹਿਬ ਇਹ ਸਾਰੇ ਰੌਲੇ ਗੋਲੇ ਦਾ ਮਿਸਲ ਪੀਰੀਅਡ ਦੇ ਨਾਲ ਕਾਫੀ ਗੱਲਾਂ ਮਿਲਦੀਆਂ। ਔਰ ਮੈਨੂੰ ਲੱਗਦਾ ਆ ਵੀ ਜੇ ਤਾਲਿਬਾਨਾਂ ਦੇ ਵਿੱਚੋਂ ਵੀ ਕੋਈ ਰੰਜੀਸ਼ੂ ਨਿਕਲਿਆ ਵੇ ਤਾਂ ਰਾਜ ਜਿਹੜਾ ਹੈਗਾ ਉੱਥੇ ਸਟੇਬਲ ਹੋ ਸਕਦਾ, ਅਦਰਵਾਈਜ਼ ਰੌਲਾ ਗੋਲਾ ਉੱਥੇ ਜਿਹੜਾ ਹੈਗਾ ਰਹਿਣਾ। ਪਹਿਲਾਂ ਨਾਲੋਂ ਤਾਂ ਖੈਰ ਚੰਗਾ ਹੀ ਹੋਊਗਾ ਜਿਹੜਾ ਹੋਊਗਾ, ਲੈਟ ਅਸ ਹੋਪ ਦੈਟ। ਔਰਤਾਂ ਦੇ ਪ੍ਰਤੀ ਵੀ ਅਸੀਂ ਸਮਝਦੇ ਹਾਂ ਵੀ ਪਹਿਲਾਂ ਨਾਲੋਂ ਜਿਹੜੇ ਹੈਗੇ ਆ ਚੰਗੇ ਹਾਲਾਤ। ਹਾਲੇ ਤੱਕ ਬਿਆਨ ਤਾਂ ਉਹੀ ਜਿਹੇ ਦੇ ਰਹੇ ਅਸੀਂ ਤਾਂ ਜਿੱਦਾਂ ਕਹਿ ਲਓ ਆਪਣੀਆਂ ਸ਼ੁਭ ਇਛਾਵਾਂ ਭੇਜ ਸਕਦੇ ਹਾਂ ਅਫਗਾਨਿਸਤਾਨ ਨੂੰ, ਪੀਸ ਰਹੇ, ਸਭ ਕੁਝ ਰਹੇ। ਬਾਕੀ ਪਰ ਹਾਲੇ ਉੱਥੇ ਜਿਹੜੇ ਪੀਸਫੁਲ ਲੋਕਾਂ ਦਾ ਅੰਤ ਨਹੀਂ ਹੋਇਆ, ਇਕੱਲੇ ਸਾਰੇ ਲੋਕ ਉੱਥੇ ਤਾਲਿਬਾਨ ਨਹੀਂ ਹਨ। ਨਹੀਂ ਉਹ ਪਰਲੇ ਪਾਸੇ ਨਾਰਥ ਜਿਹੜਾ ਤਾਜਿਕਸਤਾਨ ਦਾ ਇਲਾਕਾ ਲੱਗਦਾ ਹੈਗਾ ਆ, ਉਹ ਤਾਂ ਜਿਹੜਾ ਹੈਗਾ ਆ ਤਾਜਿਕ ਲੋਕਾਂ ਦਾ ਆ। ਉਹਨਾਂ 'ਚ ਇੱਕ ਡਿਸਟ੍ਰਿਕਟ ਅਜੇ ਵੀ ਆਪਣੇ ਆਪ ਨੂੰ ਇਹੀ ਸਮਝਦਾ ਪਿਆ ਜਿੱਥੇ ਨੂੰ ਇਹਨਾਂ ਦਾ ਚਲੇ ਗਿਆ ਵਾਈਸ ਪ੍ਰੈਜ਼ੀਡੈਂਟ ਜਿਹੜਾ ਆਪਣੇ ਆਪ ਨੂੰ ਪ੍ਰੈਜ਼ੀਡੈਂਟ ਹੁਣ ਸਮਝਦਾ ਹੈਗਾ ਜਾ ਕੇ। ਉਹ ਜਿਹੜਾ ਇਲਾਕਾ ਹੈ ਉਹ ਇਲਾਕਾ ਤਾਂ ਇਸੇ ਤਰ੍ਹਾਂ ਹੈਗਾ। ਸਰਹੱਦੀ ਗਾਂਧੀ ਵਰਗੇ ਲੋਕ ਵੀ ਹਲੇ ਉੱਥੇ ਹੀ ਬੈਠੇ। ਮਜ਼ਾਰੇ ਸ਼ਰੀਫ ਸਰਹੱਦੀ ਗਾਂਧੀ ਦੇ ਥਿੰਕਿੰਗ ਦੇ ਲੋਕ ਵੀ ਉੱਥੇ ਹੀ ਹੈ ਜੀ, ਜਿਹੜੇ ਖੁਦਾਈ ਖਿਦਮਤਕਾਰ ਜਿਹਨੇ ਬਣਾਈ ਸੀ ਮੂਵਮੈਂਟ, ਉਹ ਵੀ ਇਹਨਾਂ ਹੀ ਪਖਤੂਨਾਂ 'ਚੋਂ ਬਣਾਈ ਹੋਈ ਸੀ। ਇਹੀ ਪਖਤੂਨ ਸੀਗੇ ਉਹ ਜਿਹੜੇ ਖੁਦਾਈ ਖਿਦਮਤਕਾਰ ਵਾਲੇ ਡੰਡੇ ਖਾਈ ਜਾਂਦੇ ਸੀ ਤਾਂ ਮੂਹਰੋਂ ਬੋਲਦੇ ਸੀ, ਆਪਾਂ ਕਹਿੰਦੇ ਸੀ ਨਹੀਂ ਜੀ ਅਸੀਂ ਤਾਂ ਪੀਸਫੁਲ ਪ੍ਰੋਟੈਸਟ ਕਰਨਾ। ਪਰ ਜੇ ਹਾਲਾਤ ਬਦਲਦੇ ਆ ਤਾਂ ਆਦਮੀ ਦੇ ਸੁਭਾਅ ਬਦਲ ਜਾਂਦੇ ਆ ਜੀ। ਫਿਰ ਸਰ ਬਹੁਤ ਬਹੁਤ ਮਿਹਰਬਾਨੀ, ਬਹੁਤ ਸ਼ੁਕਰੀਆ। ਥੈਂਕ ਯੂ। ਸਤਿ ਸ੍ਰੀ ਅਕਾਲ, ਮੈਂ ਹਾਂ ਜਿਮੀ ਸ਼ੇਰਗਿੱਲ ਤੇ ਤੁਸੀਂ ਵੇਖ ਰਹੇ ਹੋ ਦੇਸ਼ ਪ੍ਰਦੇਸ਼। ਪੰਜਾਬੀ ਗੀਤ ਸੰਗੀਤ ਦੇ ਵਿੱਚ ਜਿਹੜਾ ਰਿਕਾਰਡਾਂ ਦਾ ਤਵਿਆਂ ਦਾ ਯੁੱਗ ਰਿਹਾ ਹੈ, ਉਹਨਾਂ 'ਚੋਂ ਬਹੁਤੇ ਗੀਤ ਅਮਰ ਹਨ। ਰਿਕਾਰਡਾਂ ਦੀਆਂ ਇਹਨਾਂ ਕੰਪਨੀਆਂ ਦੇ ਵਿੱਚੋਂ HMV ਸਿਰਮੌਰ ਰਹੀ ਹੈ, ਜਿਸ ਦਾ ਲੋਗੋ ਬਹੁਤ ਹੀ ਮਸ਼ਹੂਰ ਰਿਹਾ ਹੈ। ਪੰਜਾਬੀ ਤਾਂ ਸਿੱਧੇ ਲਫ਼ਜ਼ਾਂ ਦੇ ਵਿੱਚ ਇਸ ਨੂੰ ਕੁੱਤੇ ਵਾਲੀ ਕੰਪਨੀ ਵੀ ਕਹਿੰਦੇ ਸਨ। ਇਸ ਕੰਪਨੀ ਦੇ ਵਿੱਚ ਕਿਸੇ ਦੀ ਵੀ ਰਿਕਾਰਡਿੰਗ ਹੋਣੀ ਕਲਾਕਾਰ ਲਈ ਬਹੁਤ ਵੱਡੀ ਸਫਲਤਾ ਮੰਨੀ ਜਾਂਦੀ ਸੀ। ਇਸ ਲੋਗੋ ਦਾ ਕੀ ਇਤਿਹਾਸ ਹੈ, ਦ ਗ੍ਰਾਮੋਫੋਨ ਕੰਪਨੀ ਦਾ ਨਾਂ HMV ਜਾਣੀ ਕਿ ਹਿਜ਼ ਮਾਸਟਰਸ ਵੌਇਸ ਕਿਵੇਂ ਬਣਿਆ, ਇਹ ਰੌਚਕ ਜਾਣਕਾਰੀ ਦੇਣਗੇ ਜਨਾਬ ਜਾਵੇਦ ਨਸੀਮ। मुझे दुनिया वालों मेरे एक रिश्तेदार HMV कंपनी में मुलाजमत करते थे, यानी कि हिज मास्टर्स वॉइस कंपनी में। एक बार मैं जब उनके घर पे गया तो मैंने उनसे ख्वाहिश किया कि अंकल मैं आपसे कुछ कहना चाहता हूँ। उन्होंने कहा कि हाँ कहो। मैंने कहा कि आप तो हिज मास्टर्स वॉइस में काम करते हैं, तो मैं कंपनी को अंदर से देखना चाहता हूँ। तो उन्होंने कहा ठीक है, मैं इसका इंतज़ाम करता हूँ, आज तुम यहीं ठहर जाओ। मैं वहीं ठहर गया। दूसरे दिन वो मुझे लेकर अपनी कंपनी में गए और जाने के बाद उन्होंने मुझे HMV कंपनी के अंदर की सारी प्रोसीड्योर, सारे प्रोसेस को दिखाया। कहाँ पे रिकॉर्डिंग होती है, कैसे रिकॉर्ड पब्लिश किए जाते हैं, कवर कहाँ बनता है, प्रिंटिंग सेक्शन क्या है। इस तरह से मैं कंपनी के अंदर मुख्तलिफ सेक्शंस में जाता रहा और अपनी यूँ कहना चाहिए कि अपनी मालूमात को बढ़ाता रहा और मैं देखता रहा। तो मैंने अपने अंकल से पूछा कि अच्छा अंकल, ये जो कंपनी है, ये जो हिज मास्टर्स वॉइस है, तो म्यूजिक का कुत्ते से क्या वास्ता है। तो उन्होंने कहा देखो भाई, मुझे इस सवाल का जवाब नहीं मालूम, मैं तुम्हारी मुलाकात यहाँ के मैनेजर साहब से करवाता हूँ। तो फिर वो मुझे लेके मैनेजर साहब के कमरे में गए। देखा कि वहाँ एक बंगाली बाबू, सब मिस्टर बैनर्जी थे वो। तो उनसे कहा कि मैनेजर साहब, ये मेरा भतीजा है और इसकी एक ख्वाहिश है, कि क्वेरी है इसकी, ये जानना चाहता है, तो आपको लेके आपके पास आया हूँ मैं। तो उन्होंने कहा कि हाँ पूछो पूछो क्या बात है। मैंने कहा कि हिज मास्टर्स वॉइस से पहले वो कंपनी कौन सी थी और उसका लोगो क्या था, और फिर आप लोगों ने अगर इस लोगो को यूज किया तो कुत्ते का ही लोगो क्यों यूज कर रहे हैं, इसमें आप इतने बड़े बड़े आर्टिस्ट हैं, उनका लोगो क्यों नहीं यूज करते। तो वो मुस्कुरा पड़े, बोला बशो बशो, मैंने बैठ जाइए। तो मैं बैठ गया सामने। बिल्कुल नौजवानी की उम्र थी मेरी, लेकिन फिर भी मैं खामोशी के साथ बैठ गया। उन्होंने मुझे कहा कि ये जो कंपनी है, ये एक ब्रिटिश बेस्ड कंपनी है और ये बहुत पुरानी कंपनी है।
और इसका नाम था द ग्रामोफोन कंपनी, और ये कंपनी रिकॉर्ड पब्लिश करती थी। उसी जमाने में एक पेंटर हुआ करता था फ्रांसिस डुरे, बड़ा ही माना हुआ पेंटर था। इसका एक भाई हुआ करता था जिसका नाम था मार्क, और मार्क जो था उसको म्यूजिक से बड़ा लगाव था, और अक्सर वो बेशतर वो अपनी ही आवाज में वो कुछ ना कुछ वो रिकॉर्ड करता था, और इसको उसके पास एक फोनोग्राम हुआ करता था, तो अपने वो वॉइसेस को वो अपने फोनोग्राम पे सुना करता था। और उसके बाद भी फिर एक दिन ऐसा हुआ कि उसकी तबीयत खराब हुई और मार्क मर गया। अब भाई की मौत के बाद में जाहिर सी बात है कि उसकी छोड़ी हुई चीजों का जो वारिस था वो तो ऑटोमेटिकली फ्रांसिस हो गया। तो फ्रांसिस के हाथों जो चीजें लगी उसमें एक तो वो फोनोग्राम था, कुछ उसके भाई के फोनो रिकॉर्ड्स थे, और एक कुत्ता था जिसका नाम मार्क ने निपर रखा था। तो अब ये था तमाम की तमाम चीजें जो थी वो फ्रांसिस के हाथों में आ गई। फ्रांसिस ने एक बात नोटिस किया कि जब कभी वो अपने भाई को मिस करता है और अपने भाई की आवाज का कोई फोनो रिकॉर्ड वो अपने फोनोग्राम पे लगा के सुनता है, तो अचानक वो निपर, वो कहीं भी हो, किसी भी गोशे में हो, वो दौड़ के आता है और बड़ी ही इज्जत के साथ, बड़े ही इन्हिमाक के साथ, महवियत के साथ वो आकर फोनोग्राम के सामने बैठ जाता है। ये तो बड़ी अजीब सी बात थी, और फ्रांसिस को भी बड़ा एक अचंभा सा हुआ। उस कुत्ते से लगाव भी उसका काफी बढ़ गया। फिर कुछ ऐसा हुआ कि कुत्ते की तबीयत खराब हुई, और कुत्ता भी शायद अपनी मालिक की जुदाई को बर्दाश्त नहीं कर सका और बहुत जल्दी उसे छोड़कर चला गया। 3 साल बीत गए। 3 सालों के बाद अचानक फ्रांसिस को अपने मार्क, जो उसका भाई था, उसकी आवाज सुनते सुनते उस कुत्ते की याद आई कि आज मैं इस आवाज को अकेला सुन रहा हूं, काश निपर भी होता तो आज वो भी इस आवाज को सुन रहा होता। फिर उसके दिमाग में जब निपर का ख्याल आया तो उसने पेंट और ब्रश उठाया और उसने तस्वीर बनाई, एक ग्रामोफोन और उसके सामने बैठा हुआ निपर। बड़ी खूबसूरत सी तस्वीर थी, क्योंकि फ्रांसिस टोलेडो तो वैसे भी काफी बेहतरीन वो पेंटर थे। तस्वीर तो बन गई, लेकिन अब उसने सोचा कि मैं इस तस्वीर का क्या करूं। तो उसके दिमाग में आया कि क्योंकि ये तस्वीर म्यूजिक से रिलेटेड मैंने बनाई है, तो मैं इसे किसी म्यूजिक कंपनी के हाथों अगर फरोख्त कर देता हूं तो मेरे हाथों में कुछ पैसे भी आ जाएंगे। तो उसने उस वक्त की मौजूदा कंपनियों को कांटेक्ट करना शुरू किया। लेकिन मजे की बात यह हुई कि हर म्यूजिक कंपनी वाले ने उससे बहुत ही टका सा जवाब दे दिया और साथ ही साथ मजाक भी उड़ाया। अच्छा ये बताओ कि ये तुमने तस्वीर बनाई है, तस्वीर ऐसे तो ठीक है, लेकिन म्यूजिक का इससे क्या लेना देना है, और एक कुत्ते को म्यूजिक से क्या सरोकार है। लेकिन मार्क कभी भी इस बात को समझा नहीं पाया कि उसने वो तस्वीर क्यों बनाई, और उस तस्वीर का टाइटल उसने हिज मास्टर्स वॉइस क्यों रखा। इसी दौड़ भाग में वो द ग्रामोफोन कंपनी तक भी पहुंचा, उसके मैनेजर और उसके एहलकारों से मिला, और उसने अपना वो कॉन्सेप्ट उसे बताया कि ये मेरा कॉन्सेप्ट है कि ये जो तस्वीर मैंने बनाई है, इस तस्वीर में मैंने ये दिखाना चाहा है कि ये जो आवाज निकल रही है उस ग्रामोफोन से, वो उसके मालिक की आवाज है, उसके आका की आवाज है, हिज मास्टर्स वॉइस। जब उन्होंने इतने तरीके से ये बात रखी तो ग्रामोफोन कंपनी के मालिकान को उसकी ये बात अच्छी लगी, और उन्होंने 100 पाउंड में उस तस्वीर को खरीद लिया। एक मरहला तो हल हो गया, और ये बात मैं आपको बता रहा हूं सन 1890 की। तो चलिए साहब, तस्वीर तो बिक गई, लेकिन अब ग्रामोफोन कंपनी वालों को सोचना था कि क्या वो इस तस्वीर को लोगों की हैसियत से इस्तेमाल करें या ना करें। क्योंकि मुमकिन था कि अगर वो एक कुत्ते की तस्वीर को लोगों की तरह से इस्तेमाल करते तो मुमकिन था कि कंपनी के रेपुटेशन को नुकसान पहुंचता, या लोगों को वो बात पसंद नहीं आती, क्योंकि बड़े बड़े कलाकारों की, बड़े बड़े आर्टिस्टों की जो आवाजें हैं वो उनका वो रिकॉर्ड बनाते थे। 8 सालों तक वो इसी दुविधा में रहे, और फिर उसके बाद उन्होंने फैसला किया कि नहीं,
हम इस तस्वीर को अपनी कंपनी के लोगों की हैसियत से, अपने ट्रेडमार्क की हैसियत से इस्तेमाल करेंगे और 8 साल के बाद 1898 में एक रिकॉर्ड पब्लिश हुआ और उस रिकॉर्ड के दरमियान में वही लाल सा सुर्ख सर्किल और उस गोल से सर्किल में एक तस्वीर लगी थी, किसकी? निपर की, जो कि ग्रामोफोन के सामने बैठा हुआ था और कंपनी का नाम भी चेंज कर दिया गया। कंपनी का नाम रखा गया हिज मास्टर्स वॉइस और जिसका एब्रिविएशन है HMV। अब वो ब्रिटिश का दौर था और उस वक्त जो हुकूमत थी वो अंग्रेजों की थी, हमारे हिंदुस्तान पे भी, और कलकत्ता उनका दारुल खिलाफा था, उनका कैपिटल था। लिहाजा उन्होंने HMV कंपनी की एक शाख दमदम के इलाके में शहर कलकत्ता में भी खोली, काफी बड़े पैमाने पे। और फिर इस तरह से HMV से जो लाखों की तादाद में रिकॉर्ड्स पब्लिश हुए, उन हर रिकॉर्ड में उसी निपर की तस्वीर और ग्रामोफोन। बहरहाल ये जो कहानी है ये ऑथेंटिक है और आप इस पे भरोसा कर सकते हैं। अपने दोस्त जावेद नसीम को इजाजत दीजिए। खुदा हाफिज, नमस्कार, सत श्री अकाल। ਬਈ HMV ਕੰਪਨੀ ਬਾਰੇ ਜਾਣਨ ਤੋਂ ਬਾਅਦ ਜੀ ਕਰਦਾ ਹੈ ਕਿ ਕੋਈ ਨਾ ਕੋਈ ਗੀਤ ਜਿਹੜਾ ਇਸ ਕੰਪਨੀ ਦੇ ਵਿੱਚ ਰਿਕਾਰਡ ਹੋਇਆ ਹੋਵੇ, ਜ਼ਰੂਰ ਸੁਣੀਏ। ਆਓ ਸੁਣਦੇ ਹਾਂ ਇਹ ਗੀਤ, ਜਿਸ ਦੇ ਨਾਲ ਹੀ ਹੋ ਜਾਵੇਗੀ ਪ੍ਰੋਗਰਾਮ ਦੀ ਸਮਾਪਤੀ। ਅਗਲੇ ਹਫ਼ਤੇ ਤੱਕ ਬਲਜਿੰਦਰ ਸਿੰਘ ਅਟਵਾਲ ਨੂੰ ਇੱਥੇ ਹੀ ਇਜਾਜ਼ਤ ਦਿਓ। ਸਤਿ ਸ੍ਰੀ ਅਕਾਲ। ਸਾਡੇ ਵੀ ਨੇ ਦੂਰ ਤੂੰ ਵੀ ਹੱਟਦੀ ਏ ਪੱਕੀ ਤੇ ਡੇਰੇ ਸਾਡੇ ਵੀ ਨੇ ਦੂਰ ਉਹ ਬਿੱਲੋ ਤੇਰੇ ਵਾਲੇ ਬੁੱਲੇ ਅਸੀਂ ਲੁੱਟਣੇ ਜ਼ਰੂਰ ਤੇ ਬਿੱਲੋ ਤੇਰੇ ਵਾਲੇ ਬੁੱਲੇ ਅਸੀਂ ਲੁੱਟਣੇ ਜ਼ਰੂਰ ਮੇਰੇ ਪਿੰਡੇ ਭਾਈ ਸੂਰਮੇ ਵੇਖ ਗੋਰੀਆਂ ਤੇ ਪਾਉਣੇ ਮੇਰੇ ਪਿੰਡੇ ਭਾਈ ਸੂਰਮੇ ਵੇਖ ਗੋਰੀਆਂ ਤੇ ਪਾਉਣੇ ਦੱਸ ਅੰਨਿਆਂ ਦੇ ਜੱਪੀ तमाशा ਅਸੀਂ ਵੇਖਣਾ ਜ਼ਰੂਰ ਚੰਗਾ ਫੂਕ ਕੇ ਤਮਾਸ਼ਾ ਅਸੀਂ ਵੇਖਣਾ ਜ਼ਰੂਰ ਤੇਰੇ ਵਾਲੇ ਬੁੱਲੇ ਅਸੀਂ ਵੇਖਣੇ ਜ਼ਰੂਰ ਬਿੱਲੋ ਤੇਰੇ ਵਾਲੇ ਬੁੱਲੇ ਅਸੀਂ ਵੇਖਣੇ ਜ਼ਰੂਰ ਆਵੇ ਆਸ਼ਕਾਂ ਦੇ ਰਾਖੋ ਮੇਰੇ ਵਿੱਚ ਲੰਘਿਆ ਤੈਨੂੰ ਪਤਾ ਲੱਗ ਜਾਓ ਆਟੇ ਦਾਣੇ ਦਾ ਕੀ ਭਾਅ ਆਵੇ ਆਸ਼ਕਾਂ ਦੇ ਰਾਖੋ ਮੇਰੇ ਵਿੱਚ ਲੰਘਿਆ ਤੈਨੂੰ ਪਤਾ ਲੱਗ ਜਾਓ ਆਟਾ ਦਾਣੇ ਦਾ ਕੀ ਭਾਅ ਕਾਨੂੰ ਕਿਰਲੇ ਦੇ ਵਾਂਗੂ ਅਗੜਾਈ ਤੇਰੇ ਤਾਣੇ ਕਾਨੂੰ ਕਿਰਲੇ ਦੇ ਵਾਂਗੂ ਅਗੜਾਈ ਤੇਰੇ ਤਾਣੇ ਕਾਤੇ ਅੰਨੀਆਂ ਦੇ ਜੱਪੇ ਤੋਂ ਇਹ ਛੁਡਾਉ ਤੈਨੂੰ ਕਾਣੇ ਕਾਤੇ ਅੰਨੀਆਂ ਦੇ ਜੱਪੇ ਤੋਂ ਇਹ ਛੁਡਾਉ ਤੈਨੂੰ ਕਾਣੇ ਆਵੇ ਆਸ਼ਕਾਂ ਦੇ ਰਾਖੋ ਵੇੜੇ ਵਿੱਚ ਲੰਘਿਆ ਤੈਨੂੰ ਪਤਾ ਲੱਗ ਜਾਊ ਆਟੇ ਦਾਣੇ ਦਾ ਕੀ ਭਾਅ ਆਵੇ ਆਸ਼ਕਾਂ ਦੇ ਰਾਖੋ ਵੇੜੇ ਵਿੱਚ ਲੰਘਿਆ ਤੈਨੂੰ ਪਤਾ ਲੱਗ ਜਾਊ ਆਟੇ ਦਾਣੇ ਦਾ ਕੀ ਭਾਅ ਕਾਨੂੰ ਕਿਰਲੇ ਦੇ ਵਾਂਗੂ ਅਗੜਾਈ ਤੇਰੇ ਤਾਣੇ ਕਾਨੂੰ ਕਿਰਲੇ ਦੇ ਵਾਂਗੂ ਅਗੜਾਈ ਤੇਰੇ ਤਾਣੇ ਕਾਤੇ ਅੰਨਿਆਂ ਦੇ ਜੱਟ ਤੋਂ ਡਰ ਤੈਨੂੰ ਕਾਣੇ ਕਾਤੇ ਅੰਨਿਆਂ ਦੇ ਜੱਟ ਤੋਂ ਵਿੱਚ ਡਰ ਤੈਨੂੰ ਕਾਣੇ ਉਹ ਜੱਟ ਫਿਰਦਾ ਚਿਹਰਾ ਤੋਂ ਬਿੱਲੋ ਮੁੱਠੀਆਂ ਚ ਚੁੱਕੀ ਭਾਵੇਂ ਲੜਾ ਲਾਟ ਹੋਵੇ ਪਰਵਾਹ ਨਾ ਮੈਨੂੰ ਹੁੰਦੀ ਉਹ ਜੱਟ ਫਿਰਦਾ ਚਿਹਰਾ ਤੋਂ ਬਿੱਲੋ ਮੁੱਠੀਆਂ ਚ ਚੁੱਕੀ ਭਾਵੇਂ ਲੜਾ ਲਾਟ ਹੋਵੇ ਪਰਵਾਹ ਨਾ ਮੈਨੂੰ ਹੁੰਦੀ ਉਹ ਚੁੱਕਾ ਫੂਕ ਕੇ ਤਮਾਸ਼ਾ